थोड़ा साइड ते एक मिनट NS 64 ਉਹਦਾ ਬਰੁੱਖਾਂ ਤੱਕ ਇਹਨਾਂ ਨੇ 1.5 ਤੋੜ ਪਰ ਏਕੜ ਦਾ ਦਿੱਤਾ ਵਾਲੀ ਹਾਂ ਬਰੁੱਖਾਂ ਦਾ ਵੀ ਰੌਲਾ ਪੈ ਗਿਆ ਸੀਗਾ ਉਹਨੂੰ ਹਾਂ ਪਿੰਡ ਚ ਅਸੀਂ ਆਪਾਂ ਲੈ ਕੇ ਆਏ ਆਪਾਂ ਬਾਅਦ ਚ ਠੀਕ ਕਰ ਲਿਆ ਸੀ ਬਾਅਦ ਚ। ਉਹਨਾਂ ਦੇ ਲਾਈਵ ਹੋਏ ਸੀ ਮੇਰੇ ਘਰ ਦੇ ਜਾ ਕੇ ਹਾਂ ਉੱਥੇ ਜਦੋਂ ਉਹ ਬਾਈਪਾਸ ਮੁੜਦਾ ਸੀ ਹਾਂਜੀ ਉਹ ਵੀ ਘਰ ਹੈ ਜੀ ਮੈਂ ਜਗਵਿੰਦਰ ਉਹ ਸਾਹਮਣੇ ਪੰਪ ਹੈ ਹਾਂ ਉਦੋਂ ਆਪਾਂ ਉਹਨੂੰ ਫਿਰ ਉਹਨਾਂ ਨੇ ਬਦਲ ਲਿਆ ਸੀ ਹਾਂਜੀ ਬਸ ਇਹ ਪਹਿਲਾਂ ਦੇ ਚੁੱਕੇ ਤੇ ਹੁਣ ਜਿਹੜੇ ਹੁਣ ਇਹ ਜਿਹੜਾ ਦਿੱਲੀ ਕੱਟੜਾ ਹੈ ਹਾਂਜੀ ਉਹਦੇ ਚ ਆਪਣੇ ਹਲਕੇ ਦੀ ਕਿੰਨੀ ਕੁ ਜ਼ਮੀਨ ਹੋਊਗੀ ਬਹੁਤ ਹੁੰਦੀ ਹੈ ਜੀ 16 ਪਿੰਡ ਨੇ 52 ਪਿੰਡ ਮੇਰੀ 52 ਪਿੰਡ ਇੱਕ ਜਣ ਦਾ ਹਲਕਾ ਸਾਰਾ ਹੀ ਪੰਜਾਬ ਨੂੰ ਤੁਹਾਡਾ ਹੈ ਨਹੀਂ ਉਹਨੇ ਮੇਰਾ ਮਤਲਬ ਪਤਾ ਕੀ ਜਿਹੜੀ ਪਟਿਆਲੇ ਮੈਂ ਸਿਆਲੇ ਦੇ ਆਇਆ ਮੈਂ ਸਮਝ ਗਿਆ ਵਿੱਚ ਹੀ ਆਇਆ ਸਾਰੇ ਜੋ ਪੰਜਾਬ ਚ ਜਿੱਥੋਂ ਵੜਦਾ ਉਹ ਹਾਂਜੀ ਬਲੌਲੀ ਤੋਂ ਵੜਦਾ ਜੀ ਹਾਂ ਤੇ ਉਹ ਗੁਰਦਾਸ ਤੱਕ ਜਾਂਦਾ 52 ਪਿੰਡ ਆਉਂਦੇ ਨੇ ਜੀ 425 ਕਿਲੋਮੀਟਰ ਤੇ ਹਾਂ ਮੈਨੂੰ ਪਤਾ ਨਹੀਂ ਕਿੰਨਾ ਚਾਹੀਦਾ ਸਾਰਾ ਆ ਫੱਗੂ ਵਾਲਾ ਵੀ ਵਿੱਚ ਤਹਿਸੀਲ ਦੜਬਾ ਤਹਿਸੀਲ ਸਾਰੀਆਂ ਤਹਿਸੀਲਾਂ ਸਾਰੀਆਂ ਤਹਿਸੀਲਾਂ ਦੇ ਬੰਦੇ ਨੇ ਜਿਹੜੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਆਉਂਦੇ ਨੇ ਤੇ ਹੁਣ ਇਹਨਾਂ ਨੇ ਤੁਹਾਨੂੰ ਕੋਈ ਦੱਸਿਆ ਵੀ ਕੋਈ ਕੀ ਇਹਨਾਂ ਨੇ ਕ੍ਰਾਈਟੇਰੀਆ ਰੱਖਿਆ ਵੀ ਕੀ ਭਾ ਅਸੀਂ ਸਰ ਕੱਲ ਡੀਸੀਸੀ 6 ਐਸਡੀਐਮਸੀ ਸੰਗਰੂਰ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹਨਾਂ ਸਾਨੂੰ 2013 ਦਾ ਐਕਟ ਅਸੀਂ ਸਾਰਾ ਸਟੱਡੀ ਕਰਕੇ ਗਏ ਸੀ ਤੇ ਡਾਕੂਮੈਂਟੇਸ਼ਨ ਤੁਹਾਡੇ ਕੋਲ ਵੀ ਭੇਜੀ ਬਟ ਉਹ ਸਾਨੂੰ ਸਿੱਧਾ ਸਿਰਫ ਇਹ ਗੱਲ ਕਹਿੰਦੇ ਨੇ ਅਸੀਂ ਕਾਨੂੰਨ ਨਾਲ ਬੰਨੇ ਹੋਏ ਅਸੀਂ ਉਹਨਾਂ ਨੂੰ ਕਾਨੂੰਨ ਦੀ ਕੱਲੀ ਟਰਮੀਨੋਲੋਜੀ ਦੱਸਤੀ ਵੀ ਕਿਹੜੀ ਟਰਮੀਨੋਲੋਜੀ ਨਾਲ ਤੁਸੀਂ ਸਾਡੀ ਹੈਲਪ ਕਰ ਸਕਦੇ ਫਿਲਹਾਲ ਦੀ ਘੜੀ ਸਾਨੂੰ ਉੱਥੇ ਕੋਈ ਰਿਲੀਫ ਨਹੀਂ ਮਿਲ ਰਿਹਾ ਸਿਰਫ ਆਸ਼ਵਾਸਨ ਹੈ ਤੇ ਹੁਣ ਸਾਡੇ ਕੋਲ ਜੋ ਰਿਪੋਰਟਾਂ ਆ ਰਹੀਆਂ ਨੇ ਉਹ ਸਾਡਾ ਜਿਹੜਾ 6,75,000 ਕਲੈਕਟਰ ਰੇਟ ਹੈ ਸਾਰਿਆਂ ਦੀ ਕਰਤਾ ਕਾਮਨ ਉਹਦੇ ਬੇਸ ਤੇ ਸਾਨੂੰ 10 ਤੋਂ 20 ਲੱਖ ਦੇ ਵਿੱਚ ਹੀ ਨਿਵੇੜਦੇ ਸਰ ਕਿੰਨੇ ਕਲੈਕਟਰ ਰੇਟ ਦਾ ਪਰ ਏਕੜ ਉੱਪਰ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਸਾਡੀ ਜ਼ਮੀਨ ਦਾ ਸਾਰਾ ਕੁਝ ਇਹਨਾਂ ਨੇ ਕਰਤਾ 3A ਕਰਤਾ 3D ਕਰਤਾ ਸਾਨੂੰ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਵੀ ਕਰਵਾਤੀਆਂ ਵੀ ਤੁਸੀਂ ਆਪਣੀ ਜ਼ਮੀਨ ਖਾਲੀ ਛੱਡ ਦਿਓ ਸਾਨੂੰ ਜ਼ਮੀਨ ਦੇਣ ਵਾਲਿਆਂ ਨੂੰ ਇਹ ਨਹੀਂ ਪਤਾ ਹੈਗਾ ਵੀ ਸਾਡੀ ਜ਼ਮੀਨ ਲੈ ਕੌਣ ਰਿਹਾ ਸਾਨੂੰ ਤਾਂ ਇਹੀ ਨਹੀਂ ਪਤਾ ਕਿਉਂਕਿ ਹੁਣ ਇੱਥੇ ਡਾਰਾ ਪਹਿਲਾਂ ਵੀ ਖੇਤੀ ਐਕਟ ਹੈ ਕਿ ਇਹ ਜ਼ਮੀਨ ਸਰਕਾਰ ਲੈ ਰਹੀ ਹੈ ਜਾਂ ਕਾਰਪੋਰੇਟ ਲੈ ਰਹੇ ਨੇ ਸਾਨੂੰ ਪਹਿਲਾਂ ਤਾਂ ਇਹ ਕਲੀਅਰ ਹੋਵੇ ਵੀ ਜ਼ਮੀਨ ਕੌਣ ਲੈ ਰਿਹਾ ਉਸ ਤੋਂ ਬਾਅਦ ਸਾਡਾ ਕੋਈ ਨੋਟੀਫਿਕੇਸ਼ਨ ਵਗੈਰਾ ਤੁਹਾਨੂੰ ਪਾਇਆ ਸਾਡੇ ਕੋਲੇ ਕੁਝ ਨਹੀਂ ਜੀ ਜਿਹੜਾ 2013 ਦਾ ਐਕਟ ਹੈ ਨਾ ਲੈਂਡ ਐਕੁਜੀਸ਼ਨ ਐਕਟ ਉਹਦੇ ਵਿੱਚ ਐਕੁਜੀਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਜਿਹੜਾ ਸੈਲਰ ਹੈ ਵਿਲਿੰਗ ਸੈਲਰ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਵੇਚਦੇ ਇਸ ਲਈ ਜਿਹੜੀ ਸਾਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਉਹ ਫੇਅਰ ਹੋਣੀ ਚਾਹੀਦੀ ਹੈ ਤੇ ਰੀਜ਼ਨੇਬਲ ਹੋਣੀ ਚਾਹੀਦੀ ਸਾਡਾ ਇੱਕ ਤਰ੍ਹਾਂ ਦਾ ਉਜਾੜਾ ਹੋ ਰਿਹਾ ਸਾਨੂੰ ਤਾਂ ਕੋਈ ਉਜਾੜਾ ਪੱਤਾ ਤਾਂ ਛੱਡੋ ਪਰਾਂ ਸਾਨੂੰ ਤਾਂ ਜੋ ਸਾਡੀ ਗੱਲ ਦੀ ਕੱਲ ਫਿਰ ਕਿਸ ਤਰ੍ਹਾਂ ਗੱਲ ਕੀਤੀ ਕਿਤੇ ਵੀ ਨਹੀਂ ਨਿਬੜੀ ਜੀ ਉਹਨਾਂ ਨੇ ਕਹਿਤਾ ਮੰਗ ਪੱਤਰ ਜੋ ਤੁਹਾਨੂੰ ਦਿੱਤਾ ਸੇਮ ਲੈ ਲਿਆ ਜੀ ਉਸ ਤੋਂ ਬਾਅਦ ਉਹ ਕਹਿੰਦੇ ਵੀ ਜੋ ਸਭ ਤੋਂ ਬਣਦਾ ਹੋਊਗਾ ਉਹ ਅਸੀਂ ਨੈਸ਼ਨਲ ਹਾਈਵੇ ਇਕੱਠੇ ਹੋ ਕੇ ਸਿੰਗਲਾ ਸਾਹਿਬ ਮੰਤਰੀ ਜੀ ਦੀ ਕੋਠੀ 'ਚ ਗਏ ਸੀ ਉਹਨਾਂ ਨੇ ਸਾਡੀ ਮੀਟਿੰਗ ਅਰੇਂਜ ਕਰਾਈ ਸੀ ਉੱਥੇ ਅਸੀਂ ਜੋ ਸਾਡੇ ਹੈਗੀਆਂ ਸੀ ਗੱਲਾਂ ਜਿੰਨੀਆਂ ਕਿ ਅਸੀਂ ਬੋਲ ਸਕੇ ਤੇ ਜਿੰਨੀ ਸਾਡੀ ਸੁਣਵਾਈ ਦੀ ਅਸੀਂ ਉਹ ਕਰ ਪਰ ਗੱਲ ਤਾਂ ਇਹ ਹੁਣ ਤੁਹਾਡੇ ਕੋਲ ਤੁਸੀਂ ਸਾਡੇ MPW ਦੀ ਤੇ ਉਹਨਾਂ ਨੂੰ ਕਹਿਣਾ ਚਾਹੀਦਾ ਨਾਲ ਜਾਣਾ ਚਾਹੀਦਾ ਤੁਹਾਨੂੰ ਉਹਨਾਂ ਨੇ ਇੱਕ ਗੱਲ ਕਹੀ ਜੀ ਕਹਿੰਦੇ ਜਿਹੜਾ ਪਹਿਲਾ ਸਵਾਲ ਆ ਗਿਆ ਉਹ ਹੁਣ ਤੁਹਾਨੂੰ ਨਹੀਂ ਆਉਣਾ ਸਰਕਾਰ ਕੋਲੇ ਉਹ ਤਾਂ ਦੇਖੋ ਉਹ ਗੱਲਾਂ ਤੁਸੀਂ ਸੈਂਟਰ ਸਰਕਾਰ ਦਾ ਸੈਂਟਰ ਕੋਲ ਤਾਂ ਪੈਸੇ ਹੀ ਪੈਸੇ ਅਸੀਂ ਪਏ ਨੇ ਕਿੱਥੇ ਜਾਈਏ ਇਹ ਤਾਂ ਸ਼ਬਦੀ ਗੱਲਾਂ ਨਹੀਂ ਜੀ ਅਸੀਂ ਤਾਂ ਉਹਨਾਂ ਨਾਲ ਗੱਲ ਕਰਨੀ ਹੈ ਮਤਲਬ ਪ੍ਰਸ਼ਾਸਨ ਨੂੰ ਇਹੀ ਪੁੱਛਣਾ ਵੀ ਜੋ ਕਾਨੂੰਨ ਬਣਿਆ ਪਾਰਲੀਮੈਂਟ ਨੇ ਕਾਨੂੰਨ ਇੰਪਲੀਮੈਂਟ ਕਰਤਾ ਲੋਕ ਸਭਾ ਰਾਜ ਸਭਾ ਨੇ ਪਾਸ ਕਰਤਾ ਕਿਸਾਨਾਂ ਦੇ ਹੱਕਾਂ ਲਈ ਪਾਸ ਕੀਤਾ ਹੈ ਐਜ਼ ਪਰ ਰੂਲ ਜੋ ਰੂਲ ਪਹਿਲਾਂ ਜਿਹੜਾ ਸੀਗਾ ਨਾ ਇਹਦਾ ਰੌਲਾ ਬਹੁਤ ਪਿਆ ਸੀਗਾ ਜਿਹੜਾ ਇਹ ਚੇਂਜ ਕਰਨ ਨੂੰ ਫਿਰਦੇ ਸੀ ਇਸ ਤੇ ਹਾਂਜੀ ਹਾਂਜੀ ਲੈਂਡ ਐਕੁਜੀਸ਼ਨ ਮੈਂ ਵੀ ਉਦੋਂ ਉੱਠੀ ਸੀ ਬਹੁਤ ਰੌਲਾ ਪਿਆ ਉਦੋਂ ਅਸੀਂ ਉਹਨੂੰ ਮਤਲਬ ਰੌਲਾ ਪਾ ਕੇ ਵਾਪਸ ਕਰਵਾਤਾ ਸੀ ਕਿਉਂਕਿ ਇਹ ਜਿਹੜਾ ਰੂਲ ਹੈ ਜਿਹੜਾ ਕਾਨੂੰਨ ਹੈ ਐਕੁਜੀਸ਼ਨ ਦਾ ਉਹਦੇ 'ਚ ਇਹ ਕਹਿੰਦਾ ਹੈ ਪਹਿਲੀ ਗੱਲ ਤਾਂ ਵੀ 80% ਲੋਕਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਨੰਬਰ 2 ਤੇ ਇਹ ਜਿਹੜਾ 4 ਗੁਣਾ ਕਲੈਕਟਰ ਰੇਟ ਤੋਂ 4 ਗੁਣਾ ਜੋ ਤੇ ਚੱਲਦਾ ਰੇਟ ਹੈ ਮਾਰਕੀਟ ਦਾ ਉਦੋਂ 4 ਗੁਣਾ ਜਿਹੜਾ ਵੱਧ ਰੇਟ ਦੇਣਾ ਪਊਗਾ ਨੰਬਰ 3 ਤੇ ਜੇ ਫੈਕਟਰੀ ਲੱਗਦੀ ਇਹ ਤਾਂ ਹਾਈ ਹੈ ਨਾ ਜੇ ਫੈਕਟਰੀ ਲੱਗਦੀ ਹੈ ਤਾਂ ਇੱਕ ਸਰਵੇ ਹੋਊਗਾ ਪਹਿਲਾਂ ਇੱਕ ਫੈਕਟਰੀ ਲੱਗਣ ਤੋਂ ਸਾਲ ਬਾਅਦ ਜੇ ਕੋਈ ਧੂਏ ਨਾਲ ਸੰਬੰਧਿਤ ਬਿਮਾਰੀ ਜਾਂ ਪਾਣੀ ਨਾਲ ਜੇ ਡੰਪ ਕਰਦੇ ਆ ਪਾਣੀ ਜਿਹੜਾ ਉਹਨਾਂ ਦਾ ਦੂਸ਼ਿਤ ਪਾਣੀ ਹੈ ਕੋਈ ਬਿਮਾਰੀ ਲੱਗਦੀ ਉਹਦਾ ਸਾਰਾ ਖਰਚਾ ਸਾਰਾ ਇਲਾਜ ਸਭ ਮੁਆਵਜ਼ਾ ਉਹ ਕੰਪਨੀ ਇਹ ਸਾਰੇ ਰੂਲ ਇਹ ਬਦਲਣ ਲੱਗੇ ਸੀਗੇ
ਕਿ ਕੋਈ 80% ਦੀ ਲੋੜ ਨਹੀਂ। ਜਿੱਥੇ ਸਾਨੂੰ ਅੰਬਾਨੀ ਅੰਡਾਨੀ ਕਹਿਣਗੇ ਵੀ ਆਹ ਵਧੀਆ ਲੱਗਦਾ ਉਹੀ ਲੈ ਕੇ ਦੇ ਦਾਂਗੇ। ਕੋਈ ਅਸੀਂ 4 ਗੁਣਾ ਨਹੀਂ ਦੇਣਾ, ਜੋ ਰੇਟ ਹੋਊਗਾ ਅਸੀਂ ਉਸ ਹਿਸਾਬ ਨਾਲ ਕਰਾਂਗੇ। ਕੋਈ ਅਸੀਂ ਬਿਮਾਰੀ ਭੱਤਾ ਜਾਂ ਕੋਈ ਸਿਹਤ ਪੱਖੋਂ ਕੋਈ ਹੁੰਦਾ ਉਹ ਨਹੀਂ ਦੇਣਾ। ਅਸੀਂ ਕਿਸੇ ਉਸ ਫੈਕਟਰੀ ਦੇ ਵਿੱਚ ਉਸ ਪਿੰਡ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਕੋਈ ਨੌਕਰੀ ਦਾ ਜਾਂ ਕੋਈ ਰੁਜ਼ਗਾਰ ਦਾ ਨਹੀਂ ਹੋ ਦੇਣਾ, ਠੀਕ ਹੈ। ਪਰ ਅਸੀਂ ਉਹ ਰੌਲਾ ਪਾ ਲਿਆ ਤੁਸੀਂ ਤਾਂ ਜਮੀ ਸਿੱਧੇ ਹੱਥ ਵੱਢੀ ਜਾਂਦੇ ਹੁਣ ਫਿਰ, ਤੇ ਉਹ ਚਲੋ ਵਾਪਸ ਹੋ ਗਿਆ। ਹੁਣ ਉਸੇ ਐਕਟ ਮੁਤਾਬਕ ਜਿਵੇਂ ਤੁਸੀਂ ਕਿਹਾ ਆਹ ਜਿਹੜਾ ਹਾਈਵੇ ਬਣਿਆ ਰੁੱਖਾਂ ਵਾਲਾ ਜਿਹੜਾ ਜਾਂਦਾ ਇੱਥੋਂ ਸੁਣਿਆ ਉਹਦੇ ਵਿੱਚ ਤੇ ਆਹ ਜਿਹੜਾ ਬਣਿਆ ਦਿੜਬਿਆ ਮਤਲਬ ਆਹ ਜਿਹੜਾ ਉਹਦੇ ਵਿੱਚ ਵੀ ਆਲਰੇਡੀ ਦੇ ਚੁੱਕੇ ਨੇ ਕਿਉਂਕਿ 2014 ਚ 6 ਸਾਲ ਬਾਅਦ ਤਾਂ ਇਹ ਬਦਲਣੇ ਚਾਹੀਦੇ ਬਦਲਣੇ ਇਹ ਤਾਂ ਤੁਸੀਂ ਦੇਖੋ ਜੀ ਬਠਿੰਡੇ ਦੇ ਵਿੱਚ ਇੱਕ ਪਿੰਡ ਨੂੰ 6 ਕਰੋੜ 27 ਲੱਖ ਰੁਪਇਆ ਪਰ ਏਕੜ ਮਿਲਿਆ ਹੋਇਆ। ਇਹਦੇ ਨਾਲ ਨੱਥੀ ਕਰਿਆ ਹੋਇਆ ਇੱਥੇ ਸਾਨੂੰ ਮਲਟੀਪਲ ਫੈਕਟਰ 1 ਮਿਲ ਰਿਹਾ, ਉੱਥੇ ਬਠਿੰਡੇ ਦੇ ਵਿੱਚ ਮਲਟੀਪਲ ਫੈਕਟਰ 2 ਮਿਲ ਰਿਹਾ। ਇਹਦੀਆਂ ਬਹੁਤ ਸਾਰੀਆਂ ਮਤਲਬ ਜਿਹੜੇ ਸਿਸਟਮੈਟਿਕ ਪਏ ਹੋਏ ਨੇ। ਮੰਨ ਲਓ ਵੀ ਜੋ ਸਾਨੂੰ ਅਜਾੜਾ ਪੱਤਾ ਉੱਤੇ ਸਾਨੂੰ 9% ਵਿਆਜ ਮਿਲਣਾ ਚਾਹੀਦਾ, ਜੋ ਸਾਡੀ ਅਮਾਊਂਟ ਹੋਊਗੀ ਮਾਰਕੀਟ ਰੇਟ ਉੱਤੇ ਸਾਨੂੰ 12% ਵਿਆਜ ਮਿਲਣਾ ਚਾਹੀਦਾ। ਜੇ ਸਾਡੀ ਜ਼ਮੀਨ 2 ਟੁਕੜਿਆਂ 'ਚ ਹੋਊਗੀ, ਜੋ ਰਿਮੇਨਿੰਗ ਜ਼ਮੀਨ ਰਹੇਗੀ ਉੱਤੇ ਵੀ ਸਾਨੂੰ 75% ਮੁਆਵਜ਼ਾ ਮਿਲਣਾ ਚਾਹੀਦਾ ਐਜ਼ ਪਰ ਲਾ। ਪਰ ਸਾਨੂੰ ਤਾਂ ਕੋਈ ਇੱਥੇ ਕੁਛ ਹੀ ਨਹੀਂ ਹੈ। ਨਹੀਂ ਹੁਣ ਜੇ ਫਰਜ਼ ਕਰੋ 10 ਕਿੱਲੇ ਵਿੱਚ ਦੀ ਲੰਘ ਗਿਆ, 5 ਇੱਧਰ ਰਹਿ ਗਏ 5 ਇੱਧਰ ਰਹਿ ਗਏ। ਮੰਨ ਲਓ ਢਾਈ ਰਹਿਣਗੇ ਚਲੋ ਮੈਂ ਫਰਜ਼ ਕਰ ਲਓ 10 ਤੇ ਫਿਰ ਪਰਲੇ ਪਾਸੇ ਮੋਟਰ ਲਾਉਣੀ ਕੋਈ ਥੱਲੋਂ ਪਾਣੀ ਕੱਢ ਲਓ। ਇਹ ਵੀ ਪ੍ਰੋਬਲਮ ਹੈ ਸਰ। ਮੰਨ ਲਓ ਸਾਡੇ ਚੜ੍ਹ ਵੀ ਸਕਦੇ ਰੋਡ ਵੱਡਾ ਕਿਤੋਂ ਦੀ ਆ ਕੇ ਗੋਲ ਉਹ ਮਾਰਨਾ ਪਊਗਾ। ਸਾਡੇ ਕੇਸ ਬਣਾਈ ਹੋਈ ਬਣ ਗਈ ਜਿਹਦੀ ਸ਼ੈਡੋ ਵਿੱਚ ਸਾਡੀ ਫਸਲ ਮਾਰ ਦੇਣੀ। ਬਾਅਦ ਚ ਵੀ ਨੁਕਸਾਨ ਹੋਊਗਾ ਜੀ। ਬਾਕੀ ਇਹ ਜ਼ਮੀਨ ਕਵਾਤੀਆਂ ਤੋਂ ਨਹੀਂ ਹੁੰਦੀ ਜੀ ਕਿਤੇ ਅਸੀਂ ਇਹ ਸਾਡੇ ਇੱਥੇ ਸਰ ਚੜ ਵੀ ਨਹੀਂ ਸਕਦੇ ਜੀ। ਸਾਈਡ ਤੇ ਸਭ ਰੋਡ ਵੀ ਨਹੀਂ ਤਾਂ ਪਾਣੀ ਲਾ ਸਕਦੇ, ਇੱਕ ਪੰਪ ਨਹੀਂ ਰੋੜ ਸਕਦੇ, ਕੁਝ ਨਹੀਂ ਕਰ ਸਕਦੇ। ਜਦੋਂ ਆਪਾਂ ਚੜੇ ਨਹੀਂ ਸਕਦੇ ਜੀ ਇੱਥੇ। ਸਾਨੂੰ ਬਿਲਕੁਲ ਆਜ਼ਾਦ ਰਹੇ ਨੇ ਇਹ ਤਾਂ ਕੋਈ ਜਾਣ ਰਹੇ ਨੇ। ਸਾਰਾ ਆ ਦੇਖੋ ਜੀ ਤੁਹਾਡੀ ਮਸਲਾ ਹੱਲ ਤੁਸੀਂ ਕਰਾਇਆ ਸੀਗਾ। ਜਿਹੜਾ ਮੈਨੂੰ ਪਤਾ ਹੈ। ਇਸ ਮੈਂ ਮਾਲ ਤਾਂ ਦੇ ਸ਼ਹਿਰ ਨੂੰ ਹੀ ਸ਼ੈਡਿਊਲ ਦੱਸ ਕੇ ਲੈ ਗਿਆ ਵੀ ਉਦੋਂ ਮੇਰਾ ਮਸਲਾ ਇਹ ਸ਼ਰਮਾ ਸੀ ਹਾਂ ਰਜਿਸਟਰ ਦਿਮਾਗ ਉਦੋਂ ਮੇਰਾ ਮਸਲਾ ਹੱਲ ਹੋਇਆ ਸੀ ਵੀ ਹੁਣ ਵੀ ਤੁਸੀਂ ਕਰਾ ਸਕਦੇ ਹੋ। ਆਇਆ ਨਹੀਂ ਸਾਡੇ ਇਹਨਾਂ ਦੇ ਘਰ ਦਾ ਮੈਂ ਬੈਠੇ ਨਾ ਦੱਸਿਆ ਹੀ ਇਹਨਾਂ ਨੇ ਇਹਨਾਂ ਦੇ ਘਰ ਦਾ ਉਹ ਚ ਪਤਾ ਖੇਤੀ ਚ ਪਤਾ ਹਾਂ ਜੀ ਹਾਂ। ਮਤਲਬ ਖੇਤ ਹੈ ਤਾਂ ਹੈਗਾ ਘਰ ਸੀਗਾ। ਤੇ ਕਿੰਨਾ ਫਰਕ ਪਿਆ ਫਿਰ ਫਿਰ ਪਹਿਲਾਂ 22 ਲੱਖ ਦਿੰਦੇ ਤੇ ਫਿਰ 1.35 ਮਿਲ ਰਹੀ 1.35 ਲੱਖ। ਫਿਰ ਆਹ ਰੌਲਾ ਪਾਇਆ। ਇਹਦੇ ਚ ਹੀ ਨਾ ਐਕਟ ਦੇ ਵਿੱਚ ਸ਼ਡਿਊਲ 1 2 3 ਨੇ। ਇਸ ਐਕਟ ਦੇ ਵਿੱਚ 26 ਸੈਕਸ਼ਨ ਨੇ। ਉਹਦੀਆਂ ਜਿਹੜੀਆਂ ਸਾਰੀਆਂ ਫੈਸਿਲਿਟੀਆਂ ਨੇ ਉਹ ਸਾਨੂੰ ਡੀਸੀ ਲੈਵਲ ਤੇ ਹੀ ਮਿਲਣੀਆਂ ਚਾਹੀਦੀਆਂ ਨੇ। ਪਰ ਇਹ ਸਾਡੇ ਨਾਲ ਇਹਨਾਂ ਨਾਲ ਕੀ ਸੰਘਰਸ਼ ਹੋਇਆ ਵੀ ਇਹਨਾਂ ਨੂੰ ਕਮਿਸ਼ਨਰ ਲੈਵਲ ਤੱਕ ਜਾਣਾ ਪਿਆ। ਜਦ ਅਸੀਂ ਜ਼ਮੀਨ ਅੱਜ ਦੇਣ ਨੂੰ ਤਿਆਰ ਹਾਂ, ਅਸੀਂ 10 ਸਾਲ ਕਿਤੇ ਕੇਸ ਕਿਉਂ ਲੜੀ। ਜਿਆਦਾ ਸੱਚ ਕਿਉਂ ਪਾਉਂਦਾ ਕਮਿਸ਼ਨਰ ਰਸਤਾ ਕਹਿੰਦੇ ਨੇ ਜੀ, ਕਹਿੰਦੇ ਜਿੰਨੇ ਤੁਹਾਨੂੰ ਮਿਲਦੇ ਨੇ ਲੈ ਲਓ, ਬਾਕੀ ਫਿਰ ਤੁਸੀਂ ਕਮਿਸ਼ਨਰ ਦੇ ਲਾਵੇ ਉੱਥੋਂ ਮਿਲ ਜਾਣਗੇ। ਸਿੰਗਲਾ ਸਾਹਿਬ ਕਹਿੰਦੇ ਨੇ ਇਹ ਗੱਲ। ਸਿੰਗਲਾ ਸਾਹਿਬ ਨੇ ਦਿੱਤੀ ਹੈ ਰਾਏ ਕਮਿਸ਼ਨਰ ਵਾਲੇ। ਨਾਲੇ ਕਲੈਕਟਰ ਕੋਲੇ ਡਿਸਕ੍ਰਿਸ਼ਨਰੀ ਪਾਵਰ ਹੈ ਜੀ। ਉਹ ਕੋਈ ਮਰਜ਼ੀ ਰੇਟ ਰੱਖਦੇ ਜਿਹੜਾ ਉਹਨੂੰ ਕਲੈਕਟਰ ਕੋਲ ਪਾਵਰ ਹੈ। ਕਲੈਕਟਰ ਕੋਲ ਪਾਵਰ ਬਾਕੀ ਕਿਸੇ ਸੰਗਤ ਦੇ ਤਾਂ ਮੰਗਰ ਵੀ ਪੈ ਗਏ ਜੀ ਭੱਜ ਕੇ। ਉਹ ਪਿੰਡ ਦੇ ਕਿਹੜੇ ਪਿੰਡ ਦੀ ਗਈ ਸੀ ਵੀਰੇ? ਦੇਖੋ ਜੇ ਤੁਸੀਂ ਤੰਗ ਕਰੋਗੇ ਮਤਲਬ ਲੋਕਾਂ ਨੂੰ ਤਾਂ ਲੋਕ ਤਾਂ ਫਿਰ ਰਿਐਕਟ ਕਰਨਗੇ ਹੀ ਕਰਨਗੇ। ਨਹੀਂ ਉਹ ਮੰਤਰੀ ਸਾਹਿਬ ਮੰਗਰ ਪੈ ਗਏ ਇਹਨਾਂ ਦੇ ਜੀ। ਉਹ ਤਾਂ ਰੋਜ਼ ਹੀ ਪੈਂਦੇ ਰਹਿੰਦੇ ਨੇ ਵੋਟਾਂ ਵੇਲੇ ਲੋਕ ਮਲੇ ਕਿਉਂ ਆਏ ਸੁਣਿਆ ਹੋਣਾ ਯਾਰ ਤੁਸੀਂ ਕਿਉਂ। ਮੈਂ ਤੁਹਾਨੂੰ ਇਹ ਕਹਿੰਦਾ ਤੁਸੀਂ ਕਿਉਂ ਆਏ ਹੋ, ਕਿਉਂ ਤੁਹਾਡਾ ਫਰਜ਼ ਬਣਦਾ, ਤੁਹਾਡਾ ਹੱਕ ਬਣਦਾ। ਵੋਟਾਂ ਪਾਈਆਂ ਨਹੀਂ ਪਾਈਆਂ ਮੈਂ ਨਹੀਂ ਪੁੱਛਦਾ ਹੁੰਦਾ ਇਹ। ਮੈਂ ਵੋਟਾਂ ਤੋਂ ਅਗਲੇ ਦਿਨ ਹੀ ਕਹਿ ਦਿੰਦਾ ਹੁੰਦਾ ਵੀ ਮੈਂ ਸਾਰਿਆਂ ਦਾ ਐਮਪੀ ਹਾਂ। ਜਿਨ੍ਹਾਂ ਨੇ ਮੈਨੂੰ ਪਾਈਆਂ ਉਹ ਵੀ, ਜਿਨ੍ਹਾਂ ਨਹੀਂ ਪਾਈਆਂ ਉਹਨਾਂ ਦਾ ਵੀ ਮੈਂ ਹੀ ਆ। ਇਹ ਥੋੜੀ ਵੀ ਮਤਲਬ ਉਹ ਬੰਦੇ ਹੁਣ ਨਿਰਾਸ਼ ਹੋ ਕੇ ਬੈਠਣ ਚਲੋ ਜੀ ਉਹਨਾਂ ਦਾ ਬਣ ਗਿਆ। ਇਹੀ ਆਸ ਲੈ ਕੇ ਆਏ ਜੀ ਤੁਹਾਡੇ ਕੋਲ। ਨਹੀਂ ਮੈਂ ਨਹੀਂ ਕਦੇ ਪੁੱਛਦਾ ਹੁੰਦਾ। ਆ ਹੁਣ ਮੈਂ ਉਹ ਵੰਡੀਆਂ ਨੇ ਟ੍ਰਾਈਸਾਈਕਲਾਂ, ਮੈਂ ਕਿਸੇ ਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਵੋਟ ਕਿਹਨੂੰ ਪਾਈ ਹੈ ਜਾਂ ਕਿਹਨੂੰ ਪਾਉਂਗੇ। ਯਾਰ 100% 90% ਤੇ 80% ਸਰਕਾਰ ਦੀ ਸਕੀਮ ਮੈਂ ਲਿਆਂਦੀ ਹੈ। ਆ ਚੱਕੋ ਯਾਰ ਜਿਹਨੂੰ ਜਿਹੜਾ ਬਣਦਾ ਆਪਦਾ ਕੰਮ ਕਰੋ ਯਾਰ, ਜੋ ਵੀ ਰੋਜ਼ਗਾਰ ਕਰੋ। ਮੈਂ ਕਦੇ ਨਹੀਂ ਦੇਖਦਾ ਬਾਈ ਜੀ ਕਿ ਕਿਹੜੇ ਪਿੰਡ ਚੋਂ ਕੀ ਹੋਇਆ। ਪਰ ਹੁਣ ਆਪਾਂ ਇਹਦੇ ਚ ਮਾਨ ਸਾਹਿਬ ਕੱਲ ਉਹਨੇ ਕਮਿਸ਼ਨਰ ਨਾਲ ਗੱਲਬਾਤ ਕਰ ਰਹੇ ਸੀ। ਕਮਿਸ਼ਨ ਨੂੰ ਕਹਿੰਦੇ ਵੀ ਜੇ ਉਹ ਕਹਿੰਦਾ ਵੀ ਰੇਟ ਨਹੀਂ ਵੱਧ ਸਕਦਾ, ਕਿਉਂਕਿ ਅਸੀਂ ਕੋਲੇ ਬੈਠੇ ਸੁਣ ਰਹੇ ਸੀ। ਉਹ ਕਮਿਸ਼ਨ ਨੂੰ ਕਹਿੰਦੇ ਵੀ ਜੇ ਅਸੀਂ ਕਲੈਕਟਰ ਰੇਟ ਵਧਾ ਦਈਏ, ਉਹ ਕਹਿੰਦਾ ਆਫਟਰ ਨੋਟੀਫਿਕੇਸ਼ਨ ਯੂ ਕੈਨ ਇਨਕਰੀਜ਼ ਦਾ ਰੇਟ। ਹਾਂਜੀ ਤੁਸੀਂ ਫੇਰ ਉਹ ਤੋਂ ਬਾਅਦ ਉਹਨੇ ਪੁੱਛ ਕੇ ਗੱਲਬਾਤ ਕਰਕੇ ਜੇ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਡੀਸੀ ਨਾਲ ਮੀਟਿੰਗ ਕਰੋ ਵੀ 11 ਵਜੇ ਕੱਲ੍ਹ ਨੂੰ ਮੀਟਿੰਗ ਕਰੋ। ਉਹਨਾਂ ਨੂੰ ਤੁਸੀਂ ਆਪਣੇ ਆਪਣਾ ਦੱਸ ਦਿਓ, ਅਸੀਂ ਚੰਗਾ ਬਸ। ਫਿਰ ਸਾਨੂੰ ਇਹ ਕਹਿੰਦਾ ਵੀ ਜਿਹੜਾ ਨਜ਼ਾਰਾ ਸਾਨੂੰ ਪਹਿਲਾਂ ਮਿਲ ਗਿਆ ਉਹ ਹੁਣ ਨਹੀਂ ਮਿਲਦਾ। ਇਹਦਾ ਜਦੋਂ ਮਤਲਬ ਸਾਡਾ ਵਧਾਉਣ ਦੀ ਇੱਛਾ ਸਾਡੀ ਨਹੀਂ। ਜ਼ਮੀਨ ਆਈ ਹੈ ਜਦੋਂ ਸਾਡਾ ਕਰੈਕਟਰ ਰੇਟ 13.5 ਲੱਖ ਦੀ ਜੀ, ਅੱਜ 6.5 ਹੈ। ਅੱਧ ਦੀ ਫਰਕ ਪਿਆ ਸਾਨੂੰ 1.5 ਕਰੋੜ ਮਿਲੇ। ਸਾਡਾ 75 ਦਾ ਤਾਂ ਹੱਕ ਨਾਰਮਲ ਹੀ ਬਣਦਾ ਜੀ। 75 ਕਿਉਂ ਮੰਗਦੇ ਸੀ? ਨਹੀਂ ਉਹੀ ਸਾਨੂੰ ਗੱਲ ਸਰ ਹੈ। ਇਸ ਲਾਅ ਦੇ ਵਿੱਚ ਕਲੈਕਟਰ ਰੇਟ ਮੈਟਰ ਹੀ ਨਹੀਂ ਕਰਦਾ। ਕਲੈਕਟਰ ਜੋ ਬੰਦਾ ਕਲੈਕਟਰ ਨਾ ਐਸਡੀਐਮ ਹੈ, ਜਿਹੜੀ ਉੱਥੇ ਅਥਾਰਟੀ ਬਣ ਗਈ ਨਾ ਉਹਦੀ ਡਿਸਕ੍ਰਿਸ਼ਨ ਹੈ।
ਉਹਨੇ ਦੇਖਣਾ ਵੀ ਇਹ ਸਾਡੇ ਹਲਕੇ ਦਾ ਵਿਕਾਸ ਹੋ ਰਿਹਾ ਜਾਂ ਸਾਡੇ ਹਲਕੇ ਦੀ ਬਰਬਾਦੀ ਹੋ ਰਹੀ ਹੈ। ਅਸੀਂ ਤਾਂ ਬਰਬਾਦ ਹੋ ਰਹੇ ਪਹਿਲਾਂ ਵੀ ਅਸੀਂ ਉਹਨੂੰ ਕਿਹਾ ਸੀ ਹਾਂ। ਗੱਲ ਤਾਂ ਇਹੀ ਹੈ ਜੀ। ਸਰ ਜੀ ਪਹਿਲਾਂ ਵੀ ਉਰੋਂ ਦੀ ਆ ਫੱਗੂ ਵਾਲੀ ਰੋਡ ਲੰਘੀ ਹੈ, ਪਹਿਲਾਂ ਵੀ ਇਹਨਾਂ ਨੇ ਦਿੱਤੀ ਹੈ, ਹੁਣ ਵੀ ਉਹੀ ਫੱਗੂ ਵਾਲੇ ਦੀ ਜ਼ਮੀਨ ਹੈ। ਹੁਣ ਕਿਹੜਾ ਅੱਜ ਸਿਉਂਖ ਪੈ ਗਈ, ਹੁਣ ਕਿਉਂ ਤਾਂ ਨਹੀਂ ਦੇ ਰਹੇ। ਹੁਣ ਸਾਡੀ ਵਾਰੀ ਆ ਅੱਜ ਵੀ ਐਸਡੀਐਮ ਸਾਹਿਬ ਨੂੰ ਕਿਹਾ ਸੀਗਾ ਜੀ ਅਸੀਂ ਭਵਾਨੀਗੜ੍ਹ ਅਸੀਂ ਕਿਹਾ ਜੀ ਤੁਸੀਂ ਕੰਪਿਊਟਰ ਅਥਾਰਟੀ ਆ ਸਾਡੇ ਤਾਂ ਭਵਾਨੀਗੜ੍ਹ ਬਲਾਕ ਦੀ ਜ਼ਮੀਨ ਉਹਨੂੰ ਕੋਈ ਚੈਲੰਜ ਨਹੀਂ ਹੈਗਾ। ਉਹ ਕਹਿੰਦੇ ਅਸੀਂ ਤਾਂ ਕਾਨੂੰਨ ਤੋਂ ਬਾਹਰ ਤਾਂ ਨਹੀਂ ਕਰ ਸਕਦੇ ਕੁਝ, ਅਸੀਂ ਜਿਹੜਾ ਕਾਨੂੰਨ ਨੂੰ ਅਸੀਂ ਵੱਧ ਤੋਂ ਵੱਧ ਕਰਾਂਗੇ। ਇਹਨੂੰ ਆਹ ਇੱਕ ਸਾਰੇ ਪੰਜਾਬ ਦੀ ਜ਼ਮੀਨ ਇਹਨਾਂ ਨੇ ਅਰਬਨ ਕਰਤੀ ਜੀ। ਅਰਬਨ ਤੇ ਮਲਟੀ ਫੈਕਟਰੀ ਇੱਕ ਲੱਗਦਾ ਹੈ ਤੇ ਐਗਰੀਕਲਚਰ ਤੇ 2। ਅਰਬਨ ਕਰਤੀ, ਕਲੈਕਟਰ ਰੇਟ ਹੈ ਜਿਹੜਾ ਉਹ ਐਗਰੀਕਲਚਰ ਦਾ ਰੱਖ ਲਿਆ, ਉਹ ਸੇਮ ਹੀ ਹੈ। ਇੱਕ ਤਾਂ ਅਸੀਂ ਫੈਕਟਰ ਤੇ ਨਹੀਂ ਉਹ ਮਾਰੇ ਜਾ ਰਹੇ ਹਾਂ, ਉੱਪਰੋਂ ਅਸੀਂ ਅਰਬਨ ਦਾ ਜਿਹੜਾ ਕਲੈਕਟਰ ਰੇਟ ਹੈ ਉਹ ਉੱਥੇ ਹੀ ਹੈ, ਰੇਟ ਕਿ ਨਹੀਂ ਉਹ ਵੀ ਮਾਰੇ ਜਾ ਰਹੇ ਹਾਂ। ਬਾਕੀ ਲੜਾਈ ਤਾਂ ਇਹ ਜੀ ਦਿੱਲੀ ਜਾ ਰਹੇ ਆ, ਉਹ ਵੀ ਇਹੀ ਮਸਲਾ। ਪੂਰੇ ਵੀ ਉਹੀ ਕਿਸਾਨ ਆ, ਬਸ ਇਹ ਹੈ ਵੀ ਪਹਿਲੀਆਂ ਦੇ ਵਿੱਚ ਆ ਸਾਡੇ ਤੇ ਮਾਰ ਪਈ। ਕੋਈ ਸੈਂਟਰ ਵੱਲੋਂ ਤਾਂ ਕਹਿੰਦੇ ਕਿ ਪਰ ਜਿਹੜੇ ਰੋਡ ਦੇ ਨਾਲ ਆਏ ਸੀ ਇਹਨਾਂ ਦੇ ਐਸਡੀਐਮ ਸਾਹਿਬ ਦੇ ਨਾਲ ਜਿਹੜਾ ਬੰਦਾ ਮੌਕੇ ਤੇ ਆਇਆ ਸੀ ਉਹ ਪ੍ਰਾਈਵੇਟ ਬੰਦਾ ਸੀ। ਐਸਡੀਐਮ ਸਾਹਿਬ ਉਹਨੂੰ ਪੁੱਛ ਰਹੇ ਨੇ ਵੀ ਤੁਸੀਂ ਇੱਥੇ ਕੀ ਰੋਡ ਬਣਾਓਗੇ, ਕੀ ਡਰਾਇੰਗ ਬਣਾਓਗੇ। ਪਿਛਲੀ ਵਾਰ ਪੀਡਬਲਯੂਡੀ ਦਾ ਕੋਈ ਐਕਸ਼ਨ ਆਉਂਦਾ ਸੀ ਜਾਂ ਐਸਡੀਓ ਆਉਂਦਾ ਸੀ, ਇਸ ਵਾਰ ਨਾ ਐਕਸ਼ਨ ਆਇਆ ਨਾ ਐਸਡੀਓ ਆਇਆ, ਕੋਈ ਪ੍ਰਾਈਵੇਟ ਕੰਪਨੀ ਦਾ ਬੰਦਾ ਆਇਆ। ਨਹੀਂ ਐਤਕੀ ਪਤਾ ਸਾਡੀ ਮਤਲਬ ਜ਼ਰੂਰੀ ਨਹੀਂ ਵੀ ਅਸੀਂ ਸਹੀ ਹੋਈਏ, ਪਰ ਜਿਹੜੀ ਸਾਨੂੰ ਸੁਣਨ ਚ ਆਉਂਦੀ ਹੈ ਗੱਲ ਜਾਂ ਸਰਚ ਕਰ ਰਹੇ ਆ, ਪਹਿਲਾਂ ਸਰਕਾਰ ਜ਼ਮੀਨ ਲੈਂਦੀ ਹੁੰਦੀ ਸੀ, ਫਿਰ ਟੋਲ ਲਾਉਣ ਦਿੰਦੀ ਸੀ ਪ੍ਰਾਈਵੇਟ ਕੰਪਨੀਆਂ ਨੂੰ। ਐਤਕੀ ਉਹਨਾਂ ਦਾ ਜਿਹੜਾ ਕੰਟਰੈਕਟ ਹੋਇਆ ਉਹ ਕਹਿੰਦੇ ਨੇ ਵੀ ਜ਼ਮੀਨ ਵੀ ਤੁਸੀਂ ਖਰੀਦੋ, ਟੋਲ ਵੀ ਤੁਸੀਂ ਲਾਓ, 2 ਸਾਲ ਵੱਧ ਲਾ ਲਓ। ਜ਼ਮੀਨ ਜਦੋਂ ਪ੍ਰਾਈਵੇਟ ਬੰਦੇ ਨੇ ਖਰੀਦਣੀ ਉਹਨੇ ਤਾਂ ਲਾਓ, ਕਾਰਪੋਰੇਟਸ ਨੇ ਲਾਓ, ਸਾਰਾ ਆਪਦੇ ਹਿਸਾਬ ਨਾਲ ਚਲਾਉਣਾ। ਮੇਨ ਪ੍ਰੋਬਲਮ ਕੀ ਐਡਮਿਨਿਸਟ੍ਰੇਸ਼ਨ ਹੈ ਜਾਂ ਗਵਰਨਮੈਂਟ ਹੈ। ਅਸੀਂ ਤਾਂ 2 ਕੋਲ ਹੀ ਜਾ ਸਕਦੇ ਹਾਂ। ਇਹਦੇ ਸੈਂਟਰ ਇਨਵੋਲਵ ਹੈਗੇ। ਸੈਂਟਰ ਹੀ ਇਨਵੋਲਵ ਹੈ ਜੀ, ਸੈਂਟਰ ਦਾ ਹੀ ਪ੍ਰੋਜੈਕਟ ਹੈ। ਮੌਸਮ ਇਹ ਜ਼ਿਆਦਾ ਤੇ ਤਾਂ ਹੀ ਹੋ ਰਿਹਾ ਜੀ, ਜਿਹੜਾ ਸਾਰਾ ਉਧਰ ਮਿਲ ਗਿਆ। ਅੱਜ ਹੀ ਇੱਥੇ ਕਹਿੰਦੇ ਕਲੈਕਟਰ ਨੇ ਫਿਕਸ ਕਰਕੇ ਆ ਉਹਨੇ ਰੌਲੇ 'ਚ ਹੀ ਕਰ ਦੋ ਇਹ ਕੰਮ ਪ੍ਰੋਜੈਕਟ ਹੀ ਸੈਂਟਰ ਹੈ ਜੀ। ਨਹੀਂ ਮੈਂ ਉਹੀ ਤਾਂ ਕਹਿੰਦਾ ਮੈਂ ਚਾਹੀ ਹੋਣਾ। ਹਾਂਜੀ ਹਲੇ ਤੱਕ ਜਿਹੜੀ ਇੱਕ ਮਿੰਟ, ਇੱਥੋਂ ਵਾਲਾ ਕਲੈਕਟਰ ਵਿੱਚ ਕਿਉਂ ਆ? ਨਿਊਜ਼ ਆ ਰਹੀ ਹੈ ਵੀ ਇਹ ਅਡਾਨੀ ਦਾ ਪੈਸਾ ਹੈ ਸੈਂਟਰ ਅਕਵਾਇਰ ਕਰਕੇ ਜੋ ਆਮ ਜਿਹੜੀ ਨਿਊਜ਼ ਆ ਰਹੀ ਹੈ ਉਹਨੂੰ ਇਹ ਪਤਾ ਨਹੀਂ ਕਿ ਅਸੀਂ ਸਹੀ ਹੈ ਜਾਂ ਗਲਤ ਆ। ਉਹਦੀ ਹਰ ਇੱਕ ਤਹਿਸੀਲ ਦੇ ਐਸਡੀਐਮ ਕੋਈ ਨਹੀਂ ਜਿਹੜਾ ਮੈਂ ਉਹਦੇ ਨਾਲ ਐਮਪੀ ਮੇਨ ਗੱਲ ਇਹ ਹੋ ਰਹੀ ਹੈ ਸਾਨੂੰ ਸਾਡੇ ਹੀ ਖਿੱਚੀ ਜਾਂਦੇ ਨੇ, ਸਾਨੂੰ ਸਾਡੇ ਹੀ ਕਹੀ ਜਾਂਦੇ ਨੇ ਵੀ ਸਾਨੂੰ ਕੁਝ ਨਹੀਂ ਮਿਲਦਾ। ਐਸਡੀਐਮ ਸਾਡਾ ਮੈਂ ਉਹੀ ਤਾਂ ਪਿਆਰ ਕਹਿੰਦਾ ਵੀ ਉਹ ਵੀ ਨਹੀਂ ਵਧਾ ਕੇ ਦੇਣ ਨੂੰ ਤਿਆਰ ਹੋ ਰਿਹਾ। ਇਹਨੇ ਕਿਹੜਾ ਆਪਦੇ ਵੱਲੋਂ ਦੇਣਾ? ਅਥਾਰਟੀ ਇਹ ਬਣਾਏ ਹੋਏ ਨੇ, ਇਹੀ ਸਾਨੂੰ ਕਹੀ ਜਾਂਦੇ ਨੇ। ਮੇਰੇ ਰੌਲਾ ਤਾਂ ਇਹ ਹੈ ਜੀ, ਜਿਹੜੀ ਸਟੇਟ ਵਿੱਚ ਦੀ ਲੰਘ ਰਹੀ ਹੈ ਨਾ, ਜਿਹੜੀ ਸਟੇਟ ਵਿੱਚ ਦੀ ਰੋਡ ਲੰਘੂਗੀ, ਰੋਡ ਉਹ ਸਟੇਟ ਦੀ ਗਵਰਨਮੈਂਟ ਦੀ ਉਹਨਾਂ ਨੂੰ ਦੇਣੀ ਹੈ। ਉਹਨਾਂ ਨੇ ਤਾਂ ਸਿਰਫ ਇੱਥੇ ਆ ਕੇ ਫਰੇਮਵਰਕ ਲਾਇਆ, ਜੋ ਵੀ ਲਾਜ਼ ਨੇ ਪੂਰੇ ਆਪਣੇ ਪੈਸਾ ਵੀ ਸੈਂਟਰ ਪੈਸਾ ਸੈਂਟਰ ਨੇ ਦੇਣਾ। ਪ੍ਰੋਬਲਮ ਤਾਂ ਇਹ ਹੈ ਨਾ, ਸੈਂਟਰ ਕਿਹੜਾ ਉਰੇ ਕਿਹੜਾ ਸੈਂਟਰ ਤੋਂ ਵੀ ਆਊਗਾ, ਉਰੇ ਤਾਂ ਐਸਡੀਐਮ ਨਹੀਂ ਦੇਖਣਾ। ਐਸਡੀਐਮ ਨੂੰ ਕੀ ਪ੍ਰੋਬਲਮ ਹੈ ਜੇ ਪੈਸਾ ਤਾਂ ਸੈਂਟਰ ਦੇ ਉਹ ਤਾਂ ਉਹਦਾ ਕਹਿਣ ਦਾ ਮਤਲਬ ਵੀ ਉਹ ਪੈਸੇ ਵੱਧ ਪਾ ਦੇ ਉਹਨੂੰ, ਵੱਧ ਪਾ ਦੇ ਸੈਂਟਰ ਦਾ SDM ਉਹਦਾ ਇਹਨਾਂ ਦਾ ਵੀ ਕਾਰਪੋਰੇਟ ਸੈਟਿੰਗ ਤੈਨੂੰ ਕੀ ਪ੍ਰੋਬਲਮ ਹੈ? ਕਾਰਪੋਰੇਟ ਸੈਟਿੰਗ ਖਰੀਦ ਲਈ ਉੱਥੇ ਲੈ ਲਈ ਇਹ ਜਿਹੜਾ ਲਾਅ ਦੇ ਅਕੋਰਡਿੰਗ ਨਾ ਜੀ ਐਸਡੀਐਮ 4 ਚੀਜ਼ਾਂ ਕੰਸੀਡਰ ਕਰਦਾ ਹੈ, ਮਾਰਕੀਟ ਰੇਟ, ਕਲੈਕਟਰ ਰੇਟ ਤੇ ਜਿਹੜੇ ਦੀ ਡਿਫੈਕਟਡ ਫੈਮਿਲੀ ਹੈ ਉਹਦਾ ਬੰਦਾ ਤੇ ਇੱਕ ਜਾਂ ਪੰਚਾਇਤੀ ਬੰਦਾ। ਪਰ ਉਹਨਾਂ ਨੇ ਕੀ ਕਰਿਆ ਕਿ ਤਿੰਨੇ ਚੀਜ਼ਾਂ ਛੱਡ ਕੇ ਨਾ ਡਿਫੈਕਟਡ ਫੈਮਿਲੀ ਦੀ ਸੁਣੀ ਵੀ ਤੁਹਾਨੂੰ ਕਿੰਨਾ ਚਾਹੀਦਾ ਹੈ, ਨਾ ਮਾਰਕੀਟ ਰੇਟ ਦੇਖਿਆ, ਇੱਕ ਕਲੈਕਟਰ ਰੇਟ ਤੇ ਹੀ ਚੱਕ ਕੇ ਕਰਤਾ। ਸਾਨੂੰ ਕਲੈਕਟਰ ਰੇਟ ਨਾਲ ਕੀ, ਉਹ ਤੁਸੀਂ ਆਪਣਾ ਬਣਾਇਆ ਹੈ ਰਜਿਸਟਰੀਆਂ ਲੈਣ ਵਾਸਤੇ, ਸਰਕਾਰੀ ਖਜ਼ਾਨੇ ਭਰਨ ਵਾਸਤੇ, ਸਾਨੂੰ ਉਹਦੇ ਨਾਲ ਮਤਲਬ ਕੀ? ਇਹ ਸਾਰਾ ਉਹ 20 ਲੱਖ ਹੁੰਦਾ ਸੀ, 20 ਰਜਿਸਟਰੀਆਂ ਕਰਾਉਂਦੇ ਜੱਟ ਦੀਆਂ 6 ਆ ਉਹ 6 ਦੇਖੋ ਜੱਟ ਨੂੰ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ ਜੀ। ਜੱਟ ਦੇ ਕਨਾਲ ਅੱਧੀ ਕਈ ਵਾਰੀ ਕੋਈ ਬੇਟੀ ਦਾ ਵਿਆਹ ਹੁੰਦਾ ਨਾ, ਸਾਈਡ ਤੋਂ ਕਨਾਲ ਅੱਧੀ ਆਪਾਂ ਜ਼ਿਮੀਦਾਰ ਖਰੀਦਦਾ ਹੈ, ਇਹ ਕਾਰਪੋਰੇਟ ਘਰਾਣੇ ਹੀ ਖਰੀਦ ਰਹੇ, ਜ਼ਿਮੀਦਾਰ ਕਿਹੜਾ ਖਰੀਦਦਾ ਜੀ? ਵੇਚਦੇ ਪਏ ਨੇ। ਅਸੀਂ ਤਾਂ ਦੇ ਹੀ ਨਹੀਂ ਰਹੇ, ਤੇਰੇ ਕੀ ਵੇਚਦਾ ਜ਼ਿਮੀਦਾਰ ਤਾਂ ਵੇਚ ਸਾਨੂੰ ਰਿਹਾ ਖੋ ਰਹੇ ਨੇ, ਅਸੀਂ ਦੇ ਹੀ ਨਹੀਂ ਰਹੇ, ਅਸੀਂ ਕੁਛ ਨਹੀਂ ਹੈਗੇ, ਸਾਨੂੰ ਖੋ ਰਹੇ ਨੇ। ਧੱਕੇ ਨਾਲ ਖੋ ਰਹੇ ਨੇ। ਅਫਸਰ ਜੋ ਵੀ ਇਹਦੇ ਵਿੱਚ ਅਸੀਂ ਡਾਕੂਮੈਂਟਸ ਅਟੈਚ ਕਰੇ ਨੇ, ਜਿਹੜੇ ਵੀ ਡਾਕੂਮੈਂਟਸ ਫਾਈਨਲ ਅਟੈਚ ਮੰਗੋ ਰੱਖੀਆਂ ਨੇ ਉਹ ਸਾਰੀਆਂ ਡਾਕੂਮੈਂਟ ਬੇਸ ਆਪਾਂ ਨੇ ਕੋਈ ਵੀ ਮੰਗ ਨਹੀਂ ਰੱਖੀ ਹੈਗੀ ਜਿਹੜੀ ਨਜਾਇਜ਼ ਮੰਗ ਹੋ ਰਹੀ ਪਰ ਆਪਾਂ ਐਮਪੀ ਅੰਮ੍ਰਿਤਸਰ ਜਿਹੜਾ ਨਾ ਉਹ ਇਹਨੂੰ ਉਹ ਕਰ ਰਹੇ ਇਹ ਸਾਰੇ ਵਾਰਡ ਹੋਏ ਹੋਏ ਨੇ ਜੀ, ਜਿਵੇਂ ਇਹਨਾਂ ਚ ਦੱਸਿਆ। ਤੇ ਮੈਨੂੰ ਪੁੱਛਦਾ ਵੀ ਅੰਮ੍ਰਿਤਸਰ ਕਿੰਨਾ ਦੇ ਰਿਹਾ? ਕੋਰੇ ਜੀ ਸਰ 2013 ਇੱਕ ਹੋਰ ਬੇਨਤੀ ਕਰ ਲਈ ਜੀ, ਉਹਨਾਂ ਨੂੰ ਕੋਈ ਵਿਸ਼ੇਸ਼ ਕਾਰਡ ਦੀ ਲੋੜ ਹੈ ਤਾਂ ਵੀ ਸਾਨੂੰ ਤੁਸੀਂ ਦੱਸ ਦਿਓ, ਅਸੀਂ ਉਹਨਾਂ ਤੱਕ ਪਹੁੰਚਦਾ ਕਰ ਦਾਂਗੇ। ਹਾਂ ਹਾਂ ਤੇ ਕਿਹੜਾ ਤਾਂ ਇਹਨੂੰ ਉੱਧਰ ਮੋੜਨ ਲੱਗੇ ਸੀ ਨਾ, ਉਹਦਾ ਕੱਢਣ ਲੱਗੇ ਸੀ, ਉਧਰ ਤੋਂ ਚੇਂਜ ਕਰਾਇਆ ਜੀ। ਫਿਰ ਆਪਾਂ ਕਰਾਇਆ ਸੀ। ਪਹਿਲਾਂ ਤਾਂ ਹਜੇ ਤੱਕ ਕਿਸੇ ਨੂੰ ਅੱਜ ਸਾਲ ਹੋ ਗਏ ਜੀ ਇਹ ਗੱਲ ਨੂੰ ਬਰਦੀਆਂ ਲਾਈਆਂ ਨੂੰ, ਅੱਜ ਤੱਕ ਇਹ ਵੀ ਨਹੀਂ ਦੱਸਿਆ ਵੀ ਸਾਨੂੰ 13 ਲੱਖ ਵੀ ਦੇਵਾਂਗੇ ਕਿ ਨਹੀਂ। ਪੁੱਛ ਲਓ ਕਿਸੇ ਨੂੰ ਐਸਡੀਐਮ ਨੇ ਕਿਸੇ ਨੂੰ ਕਹਿਤਾ ਹੋਵੇ ਵੀ ਤੁਹਾਨੂੰ ਆ ਮਿਲੂਗਾ, ਨਾ ਜੀ।
ਅਵਾਰਡ ਬਣਿਆ ਪਿਆ ਅਸੀਂ ਡਿਕਲੇਅਰ ਕਰਨਾ ਹੈ ਅਵਾਰਡ ਬਣਿਆ ਪਿਆ ਮੀਟਿੰਗ ਵੀ ਹੋਊਗੀ। ਅੱਜ ਵੀ ਕਿਹੜਾ ਦੱਸ ਰਹੇ ਨੇ ਆਪਾਂ ਨੂੰ ਸਹਿਮਤ ਤਾਂ ਹੀ ਦੋ ਸਾਡੇ ਸਲਾਹ ਸੀ ਜਿਹੜਾ ਸਾਈਡ ਨੂੰ ਪਰ ਡੀਸੀ ਸਾਹਿਬ ਨੇ ਫਿਰ ਪਤਾ ਕਿ ਉਹ ਐਸਡੀਐਮ ਨੂੰ ਕਹਿ ਕਹਿੰਦੇ ਕਿ ਇਹ ਅਵਾਰਡ ਆ ਚੈੱਕ ਕਰ ਕੋਈ ਪ੍ਰੋਜੈਕਟ ਇਹੋ ਜਿਹਾ ਪਾਸ ਹੀ ਨਹੀਂ ਹੋ ਸਕਦਾ ਜਿਹਦੇ ਵਿੱਚ 70% ਫਾਰਮਰ ਦੀ ਕੰਸੈਂਟ ਹੀ ਨਾ ਹੋਵੇ। ਜੇ ਗਵਰਨਮੈਂਟ ਪ੍ਰੋਜੈਕਟ ਹੈ, ਜੇ ਗਵਰਨਮੈਂਟ ਤੇ ਪ੍ਰਾਈਵੇਟ ਪ੍ਰੋਜੈਕਟ ਹੈ ਤਾਂ 80% ਦੀ ਹੈ। ਜੋ ਅਮਾਉਂਟ ਵੀ ਕੰਪਨਸੇਸ਼ਨ ਦੇਣੀ ਉਹ ਕੰਸੈਂਟਡ ਅਮਾਉਂਟ ਹੈ। ਕਲੈਕਟਰ ਕੋਲ ਕੋਈ ਪਾਵਰ ਨਹੀਂ ਵੀ ਉਹ ਕਲੈਕਟਰ ਰੇਟ ਜਾਂ ਮਾਰਕੀਟ ਰੇਟ ਵੀ ਨਹੀਂ ਕਰ ਸਕਦੇ, ਉਹ ਕੰਸੈਂਟਡ ਰੇਟ ਹੋਊਗਾ। ਇਹਨੂੰ ਜ਼ਿਆਦਾ ਪਤਾ ਹੈ। ਸਤਿ ਸ਼੍ਰੀ ਅਕਾਲ ਐਮਪੀ ਸਾਹਿਬ। ਠੀਕ ਹੈ ਐਮਪੀ ਸਾਹਿਬ, ਮੇਰੇ ਕੋਲੇ ਨਾ ਕੋਈ 40-50 ਪਿੰਡਾਂ ਦੇ ਮੇਰੇ ਹਲਕੇ ਦੇ ਕੁਝ ਪਟਿਆਲੇ ਦੇ ਨਾ ਉਹ ਲੋਕ ਆਏ ਹੋਏ ਨੇ ਜਿਨ੍ਹਾਂ ਦਾ ਜੰਮੂ ਕਟੜਾ 'ਚ ਜ਼ਮੀਨ ਆਈ ਆ, ਜਿਹੜੀ ਦਿੱਲੀ ਕਟੜਾ ਹੈ ਨਾ। ਤੇ ਇਹ ਸਾਨੂੰ ਤਾਂ ਇੱਥੇ ਕਲੈਕਟਰ ਰੇਟ ਹੀ ਬਹੁਤ ਘੱਟ ਦੇ ਰਹੇ ਸਰ, 6.5 ਲੱਖ ਰੁਪਈਆ ਦੇ ਹਿਸਾਬ ਨਾਲ ਕਹਿੰਦੇ ਦੇਵਾਂਗੇ। ਹਾਂ ਹਾਂ ਮੇਰੇ ਕੋਲ ਮੈਂ ਸਪੀਕਰ ਫੋਨ ਲਾਇਆ ਹੋਇਆ, ਸਾਰੇ ਸੁਣ ਰਹੇ ਨੇ, ਸ਼ਾਇਦ ਤੁਹਾਡੇ ਤੋਂ ਕੋਈ ਹੱਲ ਮਿਲ ਜੇ। ਹਾਂ ਕੱਲ ਐਚਐਮ ਨੂੰ ਡੀਸੀ ਸਾਹਿਬ ਨੂੰ ਮਿਲ ਕੇ ਆਏ ਨੇ, ਉਹ ਤਾਂ ਕਹਿੰਦੇ ਜੀ ਮੈਂ ਤਾਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ, ਮੈਂ ਤਾਂ ਕਲੈਕਟਰ ਰੇਟ ਤੇ ਹੀ ਦੇ ਲੈ ਸਕਦਾ। ਕਲੈਕਟਰ ਰੇਟ ਕੀਤਾ 6.5 ਲੱਖ ਰੁਪਏ। ਕਿੱਧਰ ਤੁਹਾਡੇ ਕਿੰਨੇ ਕਲੈਕਟਰ? 10-12 ਲੱਖ। ਨਹੀਂ ਹਾਂ ਹਾਂ, ਕਿਉਂਕਿ ਸਾਡੇ ਪਹਿਲਾਂ ਜਿਹੜਾ ਨਿਕਲਿਆ ਜੀਰਕਪੁਰ ਤੋਂ ਬਠਿੰਡਾ, ਉਹਦੇ ਚ ਤਾਂ ਮਤਲਬ 1.5 ਕਰੋੜ ਦੇ ਹਿਸਾਬ ਨਾਲ ਵੀ ਪੈਸੇ ਮਿਲੇ ਨੇ। ਕੌਣ? NHA ਦਾ? ਹਾਂ ਕੀ ਕਹਿੰਦਾ ਮੈਨੂੰ ਉਹਦਾ ਨੰਬਰ ਵੀ ਭੇਜਿਆ। ਜਿੰਨਾ ਡਿਸਟ੍ਰਿਕਟ ਐਡਮਿਨ ਨੇ ਲਿਖ ਦੇਣਾ ਇਹਨਾਂ ਨੂੰ ਦੇ ਦੇਣੀ। ਫਿਰ ਡਿਸਟ੍ਰਿਕਟ ਐਡਮਿਨ ਨੂੰ ਕੀ ਲੋੜ ਹੈ ਵੀ ਮਤਲਬ ਉਹ ਉਹਨਾਂ ਦੇ ਪੈਸੇ ਬਚਾਈ ਜਾਂਦੇ ਹੋ? ਅੱਛਾ ਨਾਲ ਲੱਗਦੀ ਆ, ਸਾਡੇ ਵੀ ਇਦਾਂ ਕੀਤਾ ਸੀ, ਅਸੀਂ ਪਿਛਲੀ ਵਾਰ ਠੀਕ ਕਰਾਇਆ ਸੀਗਾ। ਕਾਨ ਸਿੰਘ ਬਣ ਉਹ ਤਾਂ ਵਧੀਆ ਬੰਦਾ ਹੈ। ਮਤਲਬ ਇਹੀ ਹੋ ਸਕਦਾ ਕਿ ਆਪਾਂ ਡਿਸਟ੍ਰਿਕਟ ਐਡਮਿਨ ਨੂੰ ਪ੍ਰੈਸ਼ਰ ਪਾ ਕੇ ਜਿੰਨਾ ਮਰਜ਼ੀ ਲਗਵਾ ਸਕਦੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਉਹਨਾਂ ਤਾਂ ਪੈਸੇ ਦੇਣੇ ਨੇ ਬਸ।
ਆਹੋ ਅਮਲ ਉਹਨਾਂ ਨੂੰ ਪਤਾ ਲੱਗ ਗਿਆ, ਰੋਡ ਮੈਪ ਵੀ ਉਹਨਾਂ ਕੋਲੇ ਆ ਗਿਆ ਪਹਿਲਾਂ ਹੀ, ਤਾਂ ਉਹਨਾਂ ਨੇ ਉੱਥੇ ਜ਼ਮੀਨਾਂ ਖਰੀਦ ਕੇ ਤੇ ਮਹਿੰਗੇ ਭਾਅ ਤੇ ਕਰਤੀਆਂ। ਹੁਣ ਜੇ ਤੁਸੀਂ ਪੁਰਾਣੀ ਰਜਿਸਟਰੀ ਕਹਿੰਦੇ ਹੋ, ਕੋਈ ਪੁਰਾਣੀ ਮਹਿੰਗੇ ਭਾਅ ਦੀ ਰਜਿਸਟਰੀ ਲੱਭਦੀ ਤੇ ਉਹਨੂੰ ਬੇਸ ਬਣਾ ਲਈਏ। ਹਾਂ ਨਹੀਂ ਇੱਕ ਹੋਰ ਦੇਖੋ, ਉਸੇ ਪਿੰਡ ਨੂੰ ਜਿਹੜਾ ਜੀਰਕਪੁਰ ਬਠਿੰਡਾ ਵੇਲੇ ਉਸੇ ਪਿੰਡ ਨੂੰ ਮਤਲਬ 6 ਸਾਲ ਪਹਿਲਾਂ 2.5 ਕਰੋੜ ਰੁਪਏ ਮਿਲ ਰਿਹਾ, ਉਸੇ ਪਿੰਡ ਨੂੰ ਉਸੇ ਪਿੰਡ ਦੀ ਜ਼ਮੀਨ ਹੁਣ ਕ੍ਰਾਸ ਕਰ ਰਹੀ ਹੈ ਤਾਂ 13.5 ਲੱਖ ਤੇ ਆ ਗਈ ਹੈ। ਇਹੀ ਬੇਸ ਤਾਂ ਦੇ ਕੇ ਆਏ ਕੱਲ ਡੀਸੀ ਨੂੰ ਵੀ ਆਹ ਪਿਆ। ਨਹੀਂ ਸਾਡੇ ਤਾਂ ਉਸੇ ਪਿੰਡ ਦੀ ਜ਼ਮੀਨ 6 ਸਾਲ ਪਹਿਲਾਂ 2.5 ਕਰੋੜ ਨੂੰ ਤੇ ਉਸੇ ਪਿੰਡ ਦੀ ਜ਼ਮੀਨ ਹੁਣ ਇਸੇ ਹਾਈ ਵਿੱਚ 13.5 ਲੱਖ ਨੂੰ। ਨਹੀਂ ਤਾਂ ਫਿਰ ਅਸੀਂ ਫਿਰ ਸੜਕਾਂ ਤੇ ਬੈਠਾਂਗੇ, ਹੈ ਨਾ। ਤੁਹਾਡੇ ਵਾਲੇ ਪਾਸੇ ਤਾਂ ਨਹੀਂ ਕੋਈ ਇਦਾਂ ਦਾ ਰੌਲਾ ਵੀ ਜ਼ਮੀਨਾਂ ਦਾ? ਸਾਡੇ ਹੱਥ ਨਾ ਇੱਕ ਤਾਂ ਨਿਕਲ ਗਿਆ ਜਿਹੜਾ ਰੋਹਤਕ ਨੂੰ ਦਿੱਲੀ ਨੂੰ, ਇੱਕ ਨਿਕਲ ਗਿਆ ਜੀਰਕਪੁਰ ਬਠਿੰਡਾ, ਤੇ ਸਾਡੇ ਨਾਲ ਦੋ ਦੇ ਵਿੱਚ ਪੈਸੇ ਦੇ ਤੇ ਹੁਣ ਉਹਨਾਂ ਦੀਆਂ ਜ਼ਮੀਨਾਂ ਨੇ, ਜ਼ਮੀਨ ਵੀ ਹੋਈ ਹੈ, ਉਹ ਅੱਧਾ ਕਿੱਲਾ ਇੱਧਰ ਦੀ ਹੋ ਗਈ, ਅੱਧਾ ਕਿੱਲਾ ਇੱਧਰ ਦੀ ਹੋ ਗਈ, ਤੇ ਹੁਣ ਉਹ ਤਾਂ ਜ਼ਮੀਨ ਅਸਮਾਨ ਦਾ ਫਰਕ ਪਾਤਾ ਇਹਨਾਂ ਨੇ ਜਿਹੜਾ ਕੀਮਤਾਂ 'ਚ। 13.5 ਲੱਖ ਤੇ 2.5 ਕਰੋੜ ਦੇਖੋ ਤੁਸੀਂ। ਹਾਂ ਮਾਰਕੀਟ ਆ ਕਲੈਕਟਰੇਟ ਜੇ 6.5 ਹੈ ਤਾਂ ਆਹੀ ਹੈ। ਨਹੀਂ ਹੁਣ ਮੈਂ ਇੱਕ ਤਾਂ ਮੈਨੂੰ NHI ਦਾ ਭੇਜੋ ਚੇਅਰਮੈਨ ਦਾ ਨੰਬਰ, ਤੇ ਇੱਕ ਕਾਨ ਸਿੰਘ ਪੰਨੂ ਨਾਲ ਮੈਂ ਗੱਲ ਕਰਦਾ। ਐਂ ਤਾਂ ਨਹੀਂ ਛੱਡਦੇ ਸੀ, ਇਹਦੇ ਲੜਾਂਗੇ ਤਾਂ ਰੂਰਲ ਤਾਂ ਲੜਨ ਬਾਅਦ ਬਾਬੇ ਠੀਕ ਹੈ, ਤਾਂ ਹੀ ਤਾਂ ਆਏ ਨੇ ਮੇਰੇ ਕੋਲੇ। ਇਹ ਤਾਂ ਲੜਾਈਆਂ ਭਾਲਦੇ ਫਿਰਦੇ ਇਹ ਲੋਕਾਂ ਦੇ ਹੱਕ ਲਈ ਤਾਂ ਫਿਰ ਖੜਾਂਗੇ ਯਾਰ, ਇਹ ਤਾਂ ਕੋਈ ਗੱਲ ਕੋਈ ਤੁਸੀਂ ਨਾ। ਅੱਛਾ ਨਾ ਇੱਕ ਹੋਰ ਪੰਗਾ ਹੈ ਨਾ ਜੀ, ਇਸ ਵਾਰ ਤਾਂ ਨਾ ਕੋਈ ਸਰਵਿਸ ਰੋਡ ਦੇ ਰਹੇ ਨੇ। ਜੇ 10 ਕਿੱਲਿਆਂ ਦੇ ਵਿੱਚ ਦੀ ਲੰਘ ਗਈ, 5 ਕਿੱਲੇ ਪਰਲੇ ਪਾਸੇ ਰਹਿ ਗਏ, 5 ਕਿੱਲੇ ਇੱਧਰ, ਉੱਧਰ ਵੀ ਉਹਨੂੰ ਟਿਊਬਵੈਲ ਹਾਂ ਹਾਂ ਵੀ ਜੇ ਅੱਧੀ ਜ਼ਮੀਨ ਉਤਰੇਗੀ ਤਾਂ ਕਿੱਥੋਂ ਦੀ ਵਿਊ ਮਾਰ ਕੇ ਆਵਾਂਗੇ, ਉਧਰਲੇ ਪਾਸੇ ਵੀ ਮੋਟਰ ਲਾਉਣੀ ਪਊਗੀ, ਕਨੈਕਸ਼ਨ ਲੈਣੇ ਪੈਣਗੇ। ਹਾਂ ਚਲੋ ਇਹ ਮੈਂ ਕਰਦਾ ਫੋਲੋ, ਮੈਂ ਕਰਦਾ। ਆ ਮੈਨੂੰ ਨੰਬਰ ਭੇਜੋ ਫਿਰ NHI ਨਾਲ ਗੱਲ ਕਰ। ਓਕੇ ਉਹ ਨਿਗੜ ਦਾ 60,000 ਦਿੱਤਾ ਸੀ, ਉਹ ਰੋਡ ਵੇਲੇ ਪਰ ਗੱਲ ਦੇਖੋ ਆਪਾਂ ਥੋੜਾ ਤਾਂ ਪਤਾ ਲੱਗ ਗਿਆ। ਪਹਿਲਾਂ ਤਾਂ ਲਗਭਗ ਹੋਈ ਨਹੀਂ ਹੋਈ ਜੀ ਸਭ, ਜਿਹੜੀ ਕਲੈਕਟਰ ਰੇਟ ਨਹੀਂ ਕਰਾਉਂਦੇ ਨੇ ਉਹ ਇਹਨਾਂ ਨੇ ਰੱਖਿਆ ਹੋਇਆ, ਉਸੇ 'ਚ ਹੀ ਕਰਾਉਂਦੇ ਨੇ ਸਾਰੇ ਕਿਸਾਨ, ਚਾਹੇ 25 ਲੱਖ ਨੂੰ ਹੋਵੇ। ਜਿਉਂ ਇਹਦਾ ਜ਼ਿਮੀਦਾਰ ਤਾਂ ਲੈਂਦੇ ਨਹੀਂ, ਜੇ ਲੈਂਦਾ ਕੋਈ 2 ਵਿਗੇ ਤਾਂ ਹਾਂ ਨਹੀਂ ਜਿਹੜੀਆਂ ਹੋਈਆਂ ਵੀ ਹੋਈਆਂ ਨੇ, ਜਿਵੇਂ ਇੱਕ ਪਾਤਰਾਂ ਦੀ ਰਜਿਸਟਰੀ ਹੈ 47.5 ਲੱਖ ਦੀ ਹੈ, 90 ਲੱਖ ਦੀ 90 ਲੱਖ ਉਹ ਕਹਿੰਦੇ 4-3 ਸਾਲ ਕਹਿੰਦੇ ਹੋਈ ਉਹ ਅਸੀਂ ਫਿਰ ਅਸੀਂ ਉਹਨਾਂ ਨੂੰ ਇਹ ਕਿਹਾ ਦਤਾਲ ਪਿੰਡ ਦੀ ਜ਼ਮੀਨ ਆਈ ਹੈ, NH 71 ਜੀ ਆਈ ਹੈ ਤੇ ਇਸ਼ਾਈ ਹੈ। ਅਸੀਂ ਕਿਹਾ ਉੱਥੇ ਉਹਨਾਂ ਨੇ ਦਿੱਤਾ 85-90 ਲੱਖ ਰੁਪਇਆ। ਅਸੀਂ ਕਿਹਾ ਵੀ ਉਹ ਵੀ ਚੱਕ ਲਓ, ਅਸੀਂ ਉਸੇ ਪਿੰਡ ਦਾ ਹੀ ਦਿੱਤਾ। ਉਹ ਕਹਿੰਦੇ ਦੋਨੋਂ MP ਸਾਹਿਬ ਨੇ ਵੀ ਦੱਸ ਹੀ ਦਿੱਤਾ ਵੀ DC ਚਾਹੇ ਤਾਂ ਕਰੋੜ ਪਾ ਦੇ, DC ਚਾਹੇ ਤੇ ਰੁਪਈਆ ਪਾ ਦੇ, ਗੱਲ ਹੀ ਖਤਮ ਆ। ਰਜਿਸਟਰੀ ਦਾ ਤਾਂ ਮੰਗੀ ਜੇ DC ਚਾਹੇ ਸਕੂਲੇ ਬਹਿੰਦਾ, ਉਹ ਕਹਿੰਦਾ ਸੰਤਾ ਜਿੰਨਾ DC ਲਿਖ ਕੇ ਦਿਓ ਉਸ ਤੱਕ। ਅਸੀਂ ਤਾਂ ਸਾਡੇ ਇਹੀ ਅਸੀਂ ਲਾਅ ਇੱਥੇ ਲਿਖਿਆ ਹੋਇਆ, ਪਰ ਸਾਡੇ ਸਾਨੂੰ ਹੀ ਮਾਰ ਰਹੇ ਨੇ ਜੀ, ਉਹੀ ਤਾਂ ਪੰਗਾ ਨਾ, ਸਾਡੇ ਸਾਨੂੰ ਹੀ ਮਾਰ ਰਹੇ ਨੇ। ਲੋਕਲ ਐਡਮਿਨਿਸਟ੍ਰੇਸ਼ਨ
ਮਾਨ ਸਾਹਿਬ ਉਦੋਂ ਖਰੀਦੀਆਂ ਜ਼ਮੀਨਾਂ ਵਪਾਰੀਆਂ ਨੇ। ਆਹੀ ਹੈ ਨਾ, ਇਹ ਤਾਂ ਦੱਸਦੇ ਅੱਜ ਕਿਸਾਨ ਨੇ, ਅੱਜ ਅੱਜ ਸਾਰੇ ਕਿਸਾਨ ਨੇ ਜੀ। ਜੋ ਆਏ ਕੀ ਕੀਤਾ ਉਦੋਂ ਉਹਨਾਂ ਨੇ ਖਰੀਦ ਕੇ ਆਪਦੀਆਂ ਮਹਿੰਗੀਆਂ ਦੇਣ ਦੇ ਮਾਰਿਆਂ ਨੇ ਮਹਿੰਗੇ ਆਪ ਨੂੰ ਵੀ ਲੈ ਲਏ, ਲੋਕਾਂ ਨੂੰ ਵੀ ਦਵਾ ਦੇ। ਤੇ ਹੁਣ ਉਹ ਕਹਿੰਦੇ ਵੀ ਨਹੀਂ ਪਰ ਸਰ ਰਿਕੁਐਸਟ ਤੇ ਹੈ ਹਰ ਕਿਹੜਾ ਲਾਅ ਚੇਂਜ ਹੋਇਆ ਜੀ, ਲਾਅ ਤਾਂ ਸੇਮ ਹੀ ਹੈ ਨਾ। ਜਿਹੜੇ ਹੁਣ ਪੈਸੇ ਤਾਂ ਸੈਂਟਰ ਨੇ ਪਾਉਣੇ ਨੇ ਜੀ, ਡੀਸੀ ਉਹ ਨਹੀਂ ਲਾ ਲਓ ਵੀ ਉਹੀ ਹੈ ਨਾ, ਇਹ ਤੋਂ ਇਸ ਗੱਲ ਦਾ ਵੀ ਇਹਨਾਂ ਨੂੰ ਕੀ ਪ੍ਰੋਬਲਮ ਹੈ। ਇਹ ਵਿਕੇ ਹੋਏ ਨੇ ਬਾਈ। ਚਲੋ ਆਪਾਂ ਲੜਦੇ ਆਪਾਂ ਮੇਰੀ ਬੇਨਤੀ ਹੈ ਜੀ, ਜਿੰਨੇ ਵੀਰ ਇੱਥੇ ਆਏ ਨੇ ਉਹ ਤੋਂ ਇੱਕ ਜ਼ੀਰੋ ਲੈਣ ਆਏ ਨੇ ਜੀ, ਬਸ ਹਾਂ ਮੈਂ ਕਹੀ ਗੱਲ ਇੱਕ ਪਿੱਛੇ ਜ਼ੀਰੋ ਲਾ ਦਿਓ, ਬਾਕੀ ਚਲੋ ਸਭ ਕੁਝ ਸਾਰੇ ਇਹਦੇ ਸਹਿਮਤ ਨੇ ਜੀ। ਜਿੰਨਾ ਸਾਨੂੰ ਰੇਟ ਮਿਲ ਰਿਹਾ ਹੈ, ਉਹਦੇ ਪਿੱਛੇ ਇੱਕ ਜ਼ੀਰੋ ਲਵਾ ਦਿਓ। 21 ਲੱਖ ਸਾਨੂੰ ਮਿਲ ਉਹੀ ਰਿਹਾ ਬਹੁਤ ਹੈ ਜੀ, ਸਾਨੂੰ। ਦੀ ਲੋੜ ਹੈ ਬਸ। ਮੈਂ ਸਮਝ ਗਿਆ। ਨਹੀਂ ਮੈਂ ਤਾਂ ਤੁਹਾਡੇ ਨਾਲ ਐ ਇਸ ਮਾਮਲੇ 'ਚ। ਠੀਕ ਹੈ ਜੀ। ਦੇਖੋ ਜ਼ਮੀਨ ਗਈ ਉਸ ਤੋਂ ਬਾਅਦ ਪਤਾ ਨਹੀਂ ਕੀ ਹਾਲ ਹੋਊਗਾ ਪਰਿਵਾਰ ਦਾ। ਕੋਈ ਕੰਮ ਪੈਸਾ ਉਹਨਾਂ ਨੇ 10 ਕਰੋੜ ਘਰੇ ਪਿਆ ਹੋਵੇ ਉਹ ਵੀ ਮੁੱਕ ਜਾਂਦਾ ਸਾਲ 'ਚ। ਆ ਬਾਈ ਦੇ 7 ਸਾਲ ਹੋ ਗਏ ਜੀ ਚੈੱਕ ਕਰੇ ਨੂੰ, ਤੁਹਾਨੂੰ ਪਤਾ ਹੈ ਹਜੇ ਨਹੀਂ ਮਿਲਿਆ। ਭਗਵਾਨ ਸਾਹਿਬ ਕਹੀ ਜਾਂਦੇ ਨੇ ਮਾਰਕੀਟ ਰੇਟ ਸਪੋਜ਼ ਕਰ ਲਓ 30 ਲੱਖ ਤੋਂ ਘੱਟ ਤਾਂ ਕਿਤੇ ਵੀ ਨਹੀਂ। 30 ਲੱਖ ਨੂੰ ਵੀ ਆਪਾਂ ਇਹ ਦੇਣਾ ਵੀ ਜੇ ਸਾਰੀ ਲੈਣਾ 10 ਕਿੱਲੇ ਬਚਾ ਲਓ, 1 ਕਿੱਲਾ ਤੇ ਕੋਈ ਕਰੋੜ ਨੂੰ ਵੀ ਨਹੀਂ ਦਿੰਦਾ ਜੀ। ਪਾੜ ਦੀ ਜ਼ਮੀਨ ਵੀ ਪਾੜ ਜੇ ਤੇ ਅਗਲਾ ਕੇ ਮੈਂ ਜੋ ਤੱਕ ਜਿਵੇਂ ਕਿਹਾ ਇਹਨਾਂ ਨੇ ਕਹਿੰਦੇ ਹਜੇ ਉਹ ਬਣਾਏ ਨਹੀਂ, ਉਹ ਤਾਂ ਕਰਾਂ, ਉਹ ਵੀ ਨਾਲ ਕਰਾਂ। ਸਾਨੂੰ ਉਹੀ ਦੱਸਿਆ ਜੀ, ਸਾਨੂੰ ਡੀਸੀ ਦੀ ਡਿਸਕ੍ਰਿਪਸ਼ਨ ਤੇ ਹੈ। ਉਹ ਸਾਨੂੰ ਕਹਿ ਗਏ ਲਿਖਤਾ ਕੋਈ ਚੈਲੰਜ ਪੁੱਛਣ ਆਏ ਤੇ ਵੀ ਸਾਨੂੰ 7 ਪਹੀਆਂ ਨੂੰ 5 ਪਹੀਆਂ ਨੂੰ 1 ਪੁਆਇੰਟ ਦਵਾਂਗੇ 1.5 ਜਾਂ 2 ਕਿਲੋਮੀਟਰ ਦੇ ਫਰਕ ਨਾਲ। ਆਪਾਂ ਲੈਣੀ ਜਦੋਂ ਨਹੀਂ। ਉਹ ਪਹਿਲਾਂ ਤਾਂ ਅਸੀਂ ਤਾਂ ਲੈਣੀ ਨਹੀਂ ਪੁਆਇੰਟ, ਅਸੀਂ ਤਾਂ ਪੈਸੇ 2 ਕਰੋੜ ਦੇ ਉਹਦੇ ਹਿਸਾਬ ਨਾਲ ਨਹੀਂ ਸੜਕ ਅਸੀਂ ਸੜਕ ਹੀ ਨਹੀਂ ਹਰਿਆਣੇ ਦਾ ਜਾਣਾ। ਇਹਨਾਂ ਨੇ ਰਸਤਾ ਜੀ, ਹਰਿਆਣੇ ਨੂੰ ਸਿਰਫ ਇੱਕ ਪਿੰਡ ਪੰਜਾਬ ਦਾ ਟੈਸਟ ਹੀ ਕਿਤੇ ਕਹਿੰਦੇ ਬਾਕੀ ਸਾਰਾ NCR 'ਚ ਆਉਂਦਾ ਜੀ ਸਾਰਾ, ਉਹਨਾਂ ਨੂੰ ਵੀ ਵੱਧ ਉਹਨਾਂ ਨੂੰ ਵੱਧ ਮਿਲਣੀ ਮਿਲਣੇ, ਪੰਜਾਬ ਨੂੰ ਵੀ ਦਿੱਕਤ ਆ ਜਾਂਦੀ ਹੈ। ਮਾਨ ਸਾਹਿਬ ਸਾਨੂੰ ਕਲੈਕਟਰ ਰੇਟ ਤੇ ਲੈ ਲੈਣ ਡਬਲ ਕਲੈਕਟਰ ਰੇਟ ਦੀ ਕਹਿੰਦਾ ਵੀ ਆਹ ਕਲੈਕਟਰ ਰੇਟ ਹੈ, ਸਾਨੂੰ ਤੂੰ ਸਾਨੂੰ ਨਾਲ ਲੱਗ ਡਬਲ ਕੇ ਦੇ ਦੇਣ। ਦੇ ਦੇਣ ਲੈ ਕੇ ਦੇ ਦੇਣ, ਸਾਨੂੰ ਅਸੀਂ ਉਹ ਮੰਗਦੇ ਨਹੀਂ, ਸਾਨੂੰ ਡਬਲ ਦੇ ਦੇਣੇ ਤੂੰ ਲੈ ਕੇ ਦੇ ਦੇਣ ਕਿਸੇ ਨੂੰ ਕਲੈਕਟਰ ਰੇਟ ਜਿਹੜਾ ਉਹਨਾਂ ਦਾ ਕਲੈਕਟਰ ਜੋ ਵੀ ਕਲੈਕਟਰ ਅਥਾਰਟੀ ਹੈ ਨਾ, ਉਹਦੇ ਕੋਲੇ ਡਿਸਕ੍ਰਿਪਸ਼ਨ ਹੈ ਜੀ, ਗੱਲ ਹੀ ਖਤਮ ਹੈ। ਨਹੀਂ ਕੋਈ ਨਾ ਤਾਂ ਮਿਲੂਗਾ। ਸਾਡਾ ਸੰਗਰੂਰ ਵਾਲਿਆਂ ਦਾ ਅਵਾਰਡ ਵੀ ਕਰਤਾ ਜੀ ਇਹਨਾਂ ਨੇ। ਡੀਸੀ ਸਾਹਿਬ ਨੂੰ ਵਿੱਚੋਂ ਹੀ ਬੜਾ ਜਾਈ 16 ਲੱਖ ਦਾ ਅਵਾਰਡ ਹੋਇਆ ਪਿਆ ਜੀ ਕਿਸੇ ਚੀਜ਼ੇ ਦਾ, ਸਾਡੇ ਕੋਲੇ ਹੈਗੀ ਜੀ। ਮਤਲਬ ਤਾਂ ਜਿਹੜੀ ਚੀਜ਼ਾਂ ਨੇ ਕਿਸੇ ਦਾ ਮੁੱਲ ਨਹੀਂ ਹੈ, ਜੇ ਕਣਕ ਵੇਚਣੀ ਹੈ ਪੰਚਾਇਤਾਂ ਨੇ ਜ਼ਮੀਨਾਂ ਖੋਈ ਜਾਂਦੇ ਆ। ਆਦੇ ਪ੍ਰਮਾਣ ਕੋਈ ਨਹੀਂ ਜੀ ਰੇਟ ਆ ਇਹਨਾਂ ਦੇ ਕਰਾਚੋ ਸਿੰਗਲਾ ਗ੍ਰਾਮ ਸਭਾ 'ਚ ਮਤਾ ਪਿਆ ਹੋਇਆ ਨਾਲੇ ਕਹਿੰਦੇ ਜੀ ਮੈਡੀਕਲ ਕਾਲਜ ਬਣਾਉਣਾ ਸੀਗਾ ਦਿਖਾਓ। ਉਹ 70% ਉਹ 'ਚ ਪ੍ਰਾਈਵੇਟ ਹੈ। ਆਹੀ ਤਾਂ ਚੱਕਰ ਪੈ ਰਿਹਾ ਜੀ 70% ਪ੍ਰਾਈਵੇਟ ਹੈ। ਜ਼ਮੀਨ ਕੀ ਹੈ ਨਹੀਂ ਲੈਣੀ। ਕਿੰਨੇ ਕਿੱਲੇ 23 ਕਿੱਲੇ ਇੰਤਕਾਲ ਕਰਾ ਗਏ, ਹੁਣ ਸੇਲ ਹੀ ਹੈ ਗੱਲ। ਸਿੰਗਲਾ ਕਰਾ ਗਏ ਇੰਤਕਾਲ। ਦੱਸੋ ਉਹਦੇ ਭਾਈ ਭਤੀਜਾ ਪਤਾ ਜਿਹੜਾ ਅਮਰੀਕਾ ਤੋਂ ਆਇਆ ਡਾਕਟਰੀ ਕਰਕੇ, ਉਹਨੇ ਕਾਲਜ 23 ਕਿੱਲੇ ਝੋਟੇ ਦੀ ਸਿਰ ਵਰਗੇ ਘਰਾਚੋਂ ਦੇ ਜ਼ੀਰੋ। ਕੋਈ ਐਗਰੀਮੈਂਟ ਨਹੀਂ ਪਿੰਡ ਦੇ ਲੋਕਾਂ ਨਾਲ ਵੀ ਤੁਹਾਨੂੰ ਕਿੰਨੀ ਨੌਕਰੀ ਦੇਵਾਂਗੇ ਜਾਂ ਕੋਈ ਪਿੰਡ ਦੇ ਲੋਕਾਂ ਨੇ ਦੇਣੀ ਨਹੀਂ, ਉਸੇ ਦੀ ਲੋਨ ਲੈਣਗੇ। ਹਾਈ ਕੋਰਟ ਤੋਂ ਲੈ ਕੇ ਆਇਆ ਜਨਾਬ ਇੱਕ ਸਾਨੂੰ ਬਿਨਾਂ ਕੇ ਪੇਮੈਂਟ ਪਾਏ ਤੋਂ ਬਿਨਾਂ ਕੋਈ ਆਪਣੇ ਨਾਲ ਇੰਤਕਾਲ ਕਰ ਸਕਦੇ ਨੇ। ਕਰ ਲਿਆ ਸਾਡੀ ਕੋਈ ਆਪਣੀ ਕੋਈ ਲੈ ਸਕਦੇ ਕਰਨਾ ਮਤਲਬ ਕਿ ਉਹ ਵੀ ਤਾਂ ਹੀ ਸਟੇਟਮੈਂਟ ਕਹਿੰਦਾ ਵੀ ਤੁਸੀਂ ਕਦੋਂ ਗ੍ਰਾਮ ਸਭਾ 'ਚ ਮਤਾ ਪਾਤਾ ਵੀ ਅਸੀਂ ਨਹੀਂ ਦੇਣੀ, ਅਗਲੇ ਦਿਨ ਕਹਿੰਦੇ ਵੀ ਪੰਚਾਇਤ ਨੇ ਫੇਰ ਮਤਾ ਪਾਤਾ। ਇਹ ਕਿਵੇਂ ਹੋ ਗਿਆ? ਤੁਸੀਂ ਸਰ ਜਦੋਂ ਡੀਸੀ ਸਾਹਿਬ ਨਾਲ ਮੀਟਿੰਗ ਕਰੋਗੇ ਉਹਨਾਂ ਨੂੰ ਸਿੱਧੀ ਕਹੋ ਵੀ ਜੇ ਤਾਂ ਪੁਰਾਣਾ ਰਿਕਾਰਡ ਦੇਣਾ ਤਾਂ ਠੀਕ ਹੈ, ਨਹੀਂ ਜਿਹੜੇ ਹੋਰ ਕਿਸੇ ਵੀ ਏਰੀਏ 'ਚ ਪੰਜਾਬ ਤੋਂ ਬਾਹਰ ਡਿਵੈਲਪਮੈਂਟ ਕਰਨੀ ਹੈ ਕਰਦੇ ਸਾਨੂੰ ਤਾਂ ਘੱਟਦਾ ਜਾਣ ਦੀ ਲੋੜ ਨਹੀਂ। ਨਹੀਂ ਨਹੀਂ ਹੁਣ ਤਾਂ ਬਸ ਗੱਲ ਇਹ ਖਤਮ ਹੈ। ਮਾਮਲਾ ਵਧੂਗਾ ਇਹ ਪਹਿਲਾਂ। ਨਹੀਂ ਫਿਰ ਚੰਗਾ ਬੰਦਾ ਤੁਹਾਡੇ ਹੱਥ ਜੀ ਨਹੀਂ ਮੈਂ ਤਾਂ ਤੁਹਾਡੇ ਨਾਲ ਅਸੀਂ ਹੈਗੇ ਆ ਜੀ, ਫਿਰ ਅਸੀਂ ਝੰਡੇ ਲੈ ਗਏ। ਫਿਰ ਅਸੀਂ ਕੀ ਕਰਨਾ ਜ਼ਮੀਨ ਲੈ ਕੇ? ਨਾ ਸਾਨੇ ਦਿੱਲੀ ਜਾਣਾ, ਉੱਥੇ ਨਹੀਂ ਜਾਣ ਦਿੰਦੇ। ਕੱਲ ਤੇ ਪਿੰਡ 'ਚ ਬਣਨਾ ਤਾਂ ਸਾਡੇ ਉੱਥੇ ਪਿੰਡ 'ਚ ਦੋ ਸਰਕਾਰਾਂ ਨੇ ਤਾਂ ਕੱਟਿਆ ਹੋਇਆ ਜੀ ਬਾਈ ਕੱਟ, ਉਦੋਂ ਬਾਅਦ ਉਹਨਾਂ ਡੀਸੀਐਸ ਸਕੀਮ ਦਾ ਕੱਟ ਦਾਂਗੇ ਜੀ। ਉਹਨਾਂ ਨੂੰ ਤਾਂ ਅਸੀਂ ਬੜਾ ਦਿੰਦੇ ਨਹੀਂ, ਹੁਣ ਇਹਨਾਂ ਦਾ ਵੀ ਰੋਕਾਂਗੇ ਜੀ। ਇਹ ਤੁਹਾਨੂੰ ਕੋਈ ਕੱਲ ਜਿਹੜਾ ਤੁਸੀਂ ਨਾਲੇ ਉੱਥੇ ਕਿਹੜਾ ਸਾਨੂੰ ਦਿੱਲੀ ਜਾਣਾ ਪੈਣਾ, ਸਾਡੇ ਖੇਤ ਨਹੀਂ, ਅਸੀਂ ਆਪਦੇ ਖੇਤ ਤੇ ਬੈਠਣਾ ਹੀ। ਬਾਕੀ ਮੈਡਮ ਜੀ ਬੈਠਣਾ ਡੰਡੇ ਲੈ ਕੇ। ਗੱਲ ਹੈ ਜੀ, ਤੁਹਾਡੇ ਕੋਲੇ ਮੇਰਾ ਮੈਸੇਜ ਆਇਆ ਜੀ, WhatsApp ਚੈੱਕ ਕਰੋ, ਪਰ ਤੁਹਾਡੇ ਐਂਡ ਤੋਂ ਕੋਈ ਰਿਪਲਾਈ ਨਹੀਂ। ਇਹ ਬਹੁਤ ਮਾੜੀ ਗੱਲ ਹੈ। ਮੈਂ ਦੇਖ ਲਿਆ ਵੀਰੇ ਮੈਸੇਜ। ਹਾਂ ਚਲੋ ਨਹੀਂ ਕੋਈ ਤਾਂ ਮੇਰੇ ਕੋਲ ਚੀਜ਼ ਸਮਝ ਗੱਲ ਆ ਗਈ ਸੀ ਸਾਰੇ ਅਮਨ ਦਾ ਕਿਉਂਕਿ ਬਹੁਤ ਵੱਡਾ ਮਸਲਾ ਨਾ ਸਾਰੇ ਲੋਕਾਂ ਦਾ। ਮਤਲਬ ਉਹਦੇ ਤੇ ਮੈਂ ਇਕੱਲੀ ਤੇ ਕੀ ਕਰ ਸਕਦੀ ਤੁਸੀਂ ਸਾਨੂੰ ਘੱਟੋ ਘੱਟ ਫੋਨ ਤੇ ਜਵਾਬ ਤਾਂ ਦਿਓ। 3 ਵਾਰ ਮੈਂ ਤੁਹਾਨੂੰ ਫੋਨ ਨਹੀਂ ਕਰਿਆ। ਰਿਕਾਰਡਿੰਗ ਮੇਰੇ ਕੋਲੇ ਆ ਗਈ ਗੱਲ। ਆਇਆ ਹੋਇਆ ਸਾਰਾ। ਪਰ ਮੈਨੂੰ ਚੀਮਾ ਸਾਹਿਬ ਦਾ ਕੱਲ ਫੋਨ ਆਇਆ। ਚਲੋ ਮੇਰੇ ਚੀਮਾ ਸਾਹਿਬ ਅਸੀਂ ਭਵਾਨੀਗੜ੍ਹ ਤੋਂ ਇਹ ਦੁਰਦੇ ਤੋਂ ਸਾਰੇ ਏਰੀਆ ਦੇ ਬੰਦੇ ਨੇ ਜੀ ਸਾਰੇ ਇਹ ਵੇਲੇ ਉਹ ਮਿਲਦੇ ਤੇ ਚੀਮਾ
ਨਹੀਂ ਸਿੰਗਲਾ ਸਾਹਿਬ ਨੇ ਹੋਰ ਕੀ ਕਿਹਾ ਕਿ ਜੇ ਉਹਦਾ ਜਿਹੜੇ ਪਹਿਲਾਂ ਇਕੱਠੇ ਮਿਲ ਗਏ ਉਹਨਾਂ ਮਿੱਠੀਆਂ ਕੋਈ ਵਾਲੇ ਟਾਈਮ ਕਾਲ ਆਉਂਦਾ ਹੈ ਕਿ ਉਹਨਾਂ ਨੇ ਸਾਡੀ ਮੀਟਿੰਗ ਕਰਾਤੀ ਮੀਟਿੰਗ ਦੇ ਵਿੱਚ ਅਸੀਂ ਮਿਲ ਕੇ ਆਏ ਉਹਨਾਂ ਨੂੰ ਉਸ ਤੋਂ ਬਾਅਦ ਆਹੀ ਅਸੀਂ ਉੱਥੇ ਕਾਗਜ਼ ਦਿੱਤੇ ਨੇ ਉਸ ਤੋਂ ਬਾਅਦ ਅਸੀਂ ਹੁਣ ਐਸਡੀਐਮ ਭਵਾਨੀਗੜ੍ਹ ਨੂੰ ਇਹੀ ਕਾਗਜ਼ ਦੇ ਕੇ ਆਏ ਜਿਹੜੇ ਉੱਥੇ ਦੇ ਜਾਂਦੇ ਲੀਡਰ ਤੇ ਜੀ ਚਲੋ ਅੱਜ ਉਹ ਸਾਡੇ ਨਾਲ ਤਾਂ ਤੁਰਦੇ ਨਹੀਂ ਹੈਗੇ ਜਿਹੜੇ ਉਹਨਾਂ ਵਾਲੇ ਤੇ ਉਹਨਾਂ ਨਾਲ ਗਏ ਸੀਗੇ ਉਹਨਾਂ ਦੇ ਬਸ ਹੈ ਨਹੀਂ ਜੀ ਉੱਪਰੋਂ ਵੱਧ ਚੜ ਕੇ ਬੋਲੇ ਉਹ ਨਾਰਾਜ਼ ਹੋ ਗਏ ਕਹਿੰਦੇ ਤੁਸੀਂ ਸਾਡਾ ਲੀਡਰ ਨੂੰ ਬਾਹਰ ਰੌਲਾ ਵੀ ਬਗਾਵਤ ਹੈ ਨਵਾਂ ਖੂਨ ਲਾ ਅਸੀਂ ਤਾਂ ਕਰਾਂਗੇ ਵੱਧ ਚੜ ਕੇ ਬੋਲਦੇ ਹੱਕਾਂ ਵਾਸਤੇ ਬੋਲਣ ਦੇ ਗੁੱਸੇ ਹੁੰਦਾ ਹੱਕਾਂ ਵਾਸਤੇ